ਵਾਹਿਗੁਰੂ 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 ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਸ਼੍ਰੀ ਹਰਿ ਗੋਬਿੰਦ ਸੁਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉਂਗਾ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ ਆਪ ਸਰਬੀ ਸਮਰਥ ਤਰਤੇ ਕਹੋ ਚਹੋ ਦੁਰਲਭੀ ਪਾਏ। पूजन मंत्र पठन आराधना इक काशी में है दिजराए। वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो, रोजाना की तरह पातशाह जी की अपार कृपा बख्शिश का सदका ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਸੰਗਤ ਹਾਜ਼ਰੀ ਲਵਾ ਰਹੀ ਹੈ। ਆਓ ਪਿਛਲੇ ਪਹਿਰਾਂ ਦੇ ਦੀਵਾਨਾਂ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰ ਸਰਵਣ ਕਰ ਰਹੇ ਸੀ ਜਦੋਂ ਭਾਰਤ ਵਰਸ਼ ਦੇ ਲੋਕਾਂ ਤੇ ਮੁਗਲਾਂ ਦੇ ਰਾਜ ਵਿੱਚ ਬੜਾ ਹੀ ਜ਼ੁਲਮ ਹੋਣ ਲੱਗਿਆ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਇੱਕ ਪੰਥ ਸਾਜਣ ਦੀ ਲੋੜ ਸਮਝੀ ਹੈ। ਇਹੋ ਜਿਹਾ ਪੰਥ, ਇਹੋ ਜਿਹੀ ਸੰਸਥਾ, ਇਹੋ ਜਿਹਾ ਜਥਾ ਸਾਜਿਆ ਜਾਵੇ ਜਿਹੜਾ ਆਉਣ ਵਾਲੇ ਸਮੇਂ ਯੁੱਗਾਂ ਯੁਗਾਂਤਰਾਂ ਤੱਕ ਸਦਾ ਲਈ ਜ਼ੁਲਮ ਦਾ ਟਾਕਰਾ ਕਰਦਾ ਰਹੇ ਤੇ ਜ਼ੁਲਮ ਕਰਨ ਵਾਲਿਆਂ ਨੂੰ ਖਤਮ ਕਰਦਾ ਰਹੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਜਿੰਨੇ ਭਾਰਤ ਵਿੱਚ ਧਰਮ ਚੱਲਦੇ ਸਨ, ਜਿਵੇਂ ਗੋਰਖਨਾਥ ਵਰਗੇ ਸਨ, ਬ੍ਰਾਹਮਣਾਂ ਦਾ ਧਰਮ ਸੀ, ਔਰ ਗੁਰੂ ਪਿਆਰਿਓ ਰਾਜੇ ਜਾਂ ਰਾਜਨੀਤੀ ਵਾਲੇ ਜਿਹੜੇ ਸਨ ਸਾਰੇ ਪਾਤਸ਼ਾਹ ਨੇ ਵੇਖਿਆ ਵਿਗੜ ਚੁੱਕੇ ਨੇ। ਪਿਛਲੇ ਦਿਨੀ ਵੇਖਿਆ ਆਪਾਂ ਬ੍ਰਾਹਮਣਾਂ ਦੀ ਪ੍ਰੀਖਿਆ ਲਈ। ਪ੍ਰੀਖਿਆ ਦੇ ਵਿੱਚ ਪਾਤਸ਼ਾਹ ਨੇ ਦੋ ਤਰ੍ਹਾਂ ਦੇ ਲੰਗਰ ਤਿਆਰ ਕਰਾਏ, ਇੱਕ ਵੈਸ਼ਨੂ ਤੇ ਇੱਕ ਮਾਸਾਹਾਰੀ। ਸਾਰੇ ਬ੍ਰਾਹਮਣ ਸੱਦੇ ਗਏ ਤੇ ਉਹਨਾਂ ਨੂੰ ਕਿਹਾ ਵੀ ਜਿਹੜਾ ਮਾਸ ਵਾਲੇ ਪਾਸੇ ਬੈਠੂਗਾ ਉਹਨੂੰ 5 ਮੋਹਰਾਂ ਸੋਨੇ ਦਿੱਤੀਆਂ ਜਾਣਗੀਆਂ, ਜਿਹੜਾ ਵੈਸ਼ਨੂ ਲੰਗਰ ਛਕੇਗਾ ਉਹਨੂੰ 5 ਰੁਪਈਏ ਚਾਂਦੀ ਦੇ। ਤੇ ਜ਼ਿਆਦਾ ਤਾਂ ਬ੍ਰਾਹਮਣ 90% ਜਿਹੜੇ ਸਨ ਉਹ ਮਾਸਾਹਾਰੀ ਲੰਗਰ ਵਿੱਚ ਜਾ ਬੈਠੇ। ਕੋ ਸਤਨਾਮ ਸੀ। ਭਾਈ ਨੰਦ ਚੰਦ ਹੋਰਾਂ ਨੇ ਆ ਕੇ ਦੱਸਿਆ, ਮਹਾਰਾਜ ਸਾਰੇ ਬ੍ਰਾਹਮਣ ਹੀ ਉਸ ਪਾਸੇ ਜਾ ਬੈਠੇ ਤੇ ਇੱਧਰ ਤਾਂ ਥੋੜ੍ਹੇ ਜਿਹੇ ਆ। ਕਹਿੰਦੇ ਕੋਈ ਗੱਲ ਨਹੀਂ, ਇਹੀ ਤਜਰਬਾ ਕਰਨਾ ਸੀਗਾ। ਜਦੋਂ ਉਹਨਾਂ ਨੇ ਲੰਗਰ ਉਹ ਛਕ ਲਿਆ ਫਿਰ ਪਾਤਸ਼ਾਹ ਜੀ ਆਪ ਗਏ, ਕਹਿੰਦੇ ਇੱਧਰ ਫੁੱਟੇ ਮੂੰਹ ਤੁਹਾਡੇ, ਤੁਸੀਂ ਤਾਂ ਧਰਮ ਵਿਗਾੜਿਆ ਹੋਇਆ, ਤੁਹਾਡੇ ਕਾਰਨ ਹੀ ਭਾਰਤ ਦੇ ਵਿੱਚ ਇਹ ਜ਼ੁਲਮ ਵਾਪਰ ਰਿਹਾ ਹੈ।
ਤੁਸੀਂ ਬ੍ਰਹਮ ਵਿਦਿਆ ਨੂੰ ਜਾਣਨ ਵਾਲੇ, ਬ੍ਰਾਹਮਣ ਨੂੰ ਜਾਣਨ ਵਾਲੇ, ਪੂਜਾ ਅਰਚਨਾ ਕਰਨ ਵਾਲੇ, ਤੁਸੀਂ ਇਸ ਪਾਸੇ ਬੈਠੇ ਕਿਉਂ? ਕੇਵਲ ਸੋਨੇ ਦੇ ਲਾਲਚ ਵਿੱਚ। ਕਹੋ ਸਤਿਨਾਮ। ਧਿਰਕਾਰਾਂ ਪਾਈਆਂ, ਜੀ ਤਾਂ ਕਰਦਾ ਤੁਹਾਨੂੰ ਸਾਰਿਆਂ ਨੂੰ ਹੁਣੇ ਵੱਢਦੇ ਆ, ਪਰ ਦੁਨੀਆ ਕਹੂਗੀ ਗੁਰੂ ਗੋਬਿੰਦ ਸਿੰਘ ਜੀ ਨੇ ਨਿਉਂਦਾ ਦੇ ਕੇ ਘਰੇ ਸੱਦ ਕੇ ਬ੍ਰਾਹਮਣ ਮਾਰਤੇ। ਕਹੋ ਸਤਿਨਾਮ। ਇਸ ਕਰਕੇ ਜਾਓ, ਤੁਸੀਂ ਚਲੇ ਜਾਓ। ਆਨੰਦ ਚੰਦ ਇਹਨਾਂ ਨੂੰ 5-5 ਰੁਪਈਏ ਦੇ ਤੇ ਵਿਦਾ ਕਰ ਇਹਨਾਂ ਨੂੰ। ਫਿਰ ਆਏ ਦੂਜੇ ਵੈਸ਼ਨੂ ਲੰਗਰ, ਜਿਹੜੇ ਬ੍ਰਾਹਮਣ ਬੈਠੇ ਸਨ ਸਬਰ ਸੰਤੋਖ ਵਾਲੇ, ਉਹਨਾਂ ਨੂੰ ਸ਼ਾਬਾਸ਼ੀ ਦਿੱਤੀ। ਕਹਿੰਦੇ ਠੀਕ ਹੈ, ਤੁਸੀਂ ਸੋਨੇ ਦੇ ਲਾਲਚ ਵਿੱਚ ਆ ਕੇ ਆਪਣਾ ਧਰਮ ਨਹੀਂ ਤਿਆਗਿਆ ਔਰ ਸਾਦਾ ਭੋਜਨ ਛਕਿਆ, ਤੁਸੀਂ ਸਤਿਕਾਰਯੋਗ ਹੋ। ਉਹਨਾਂ ਨੂੰ 5-5 ਮੋਹਰਾਂ ਵੀ ਦਿੱਤੀਆਂ ਤੇ ਕਈ ਦਿਨ ਉਹਨਾਂ ਨੂੰ ਕੋਲ ਰੱਖਿਆ। ਸਤਿਗੁਰੂ ਆਪਣੇ ਦਿਮਾਗ ਦੇ ਨਾਲ ਆਪਣੀ ਅੰਦਰੀ ਹੀ ਜੁਗਤੀਆਂ ਬਿਉਂਤਾਂ ਬਣਾ ਰਹੇ ਨੇ ਵੀ ਇਹ ਜ਼ੁਲਮ ਨੂੰ ਕਿਵੇਂ ਖਤਮ ਕੀਤਾ ਜਾਵੇ। ਜਿਹੜਾ ਭਾਰਤ ਉੱਤੇ ਮੁਗਲ ਸੈਨਾ, ਮੁਗਲਾਂ ਦੀ ਫੌਜ, ਮੁਗਲਾਂ ਦਾ ਰਾਜ ਕਰ ਰਿਹਾ ਹੈ, ਇਹਨਾਂ ਦੀ ਟੱਕਰ ਦਾ, ਇਹਨਾਂ ਦੇ ਬਰਾਬਰ ਦਾ ਕੀ ਤਿਆਰ ਕੀਤਾ ਜਾਵੇ। ਤੇ ਉਸ ਸਮੇਂ ਪ੍ਰਚਲਿਤ ਸੀ ਹਿੰਦੂ ਮਤ ਵਿੱਚ ਵੀ ਜਿਹੜੀ ਚੰਡੀ ਦੇਵੀ ਹੈ ਨਾ, ਇਹ ਬੜੀ ਤਕੜੀ ਹੈ, ਜੇ ਕਿਤੇ ਪ੍ਰਗਟ ਹੋ ਜਾਵੇ ਤੇ ਜ਼ੁਲਮ ਦਾ, ਦੁਸ਼ਟਾਂ ਦਾ ਨਾਸ਼ ਕਰਦੀ ਹੈ। ਔਰ ਹਿੰਦੂ ਲੋਕਾਂ ਨੇ, ਬ੍ਰਾਹਮਣਾਂ ਨੇ ਇਹ ਗੱਲ ਸਿੱਖਾਂ ਵਿੱਚ ਵੀ ਪ੍ਰਚਲਿਤ ਕਰਤੀ ਸੀ ਬਈ ਤੁਸੀਂ ਚੰਡੀ ਪ੍ਰਗਟ ਕਰ ਲਓ। ਸਤਿਗੁਰੂ ਨੇ ਦੇਖਿਆ ਵੀ ਇਹ ਭਰਮ ਵੀ ਕੱਢਣਾ ਪੈਣਾ ਹੈ ਚੰਡੀ ਵਾਲਾ, ਕਿਉਂਕਿ ਚੰਡੀ ਅਸਲ ਵਿੱਚ ਬਿਨਾਂ ਸ਼ਾਸਤਰੰ ਬਿਨਾਂ ਕੇਸਿੰਗ ਨਰੰਗ ਭੇਡ ਜਾਣੋ। ਸ਼ਾਸਤਰਾਂ ਤੋਂ ਬਗੈਰ ਬੰਦਾ ਜਿਹੜਾ ਹੈ ਉਹ ਭੇਡ ਦੀ ਨਿਆਈ ਹੈ, ਭਾਵ ਕਮਜ਼ੋਰ ਹੈ। ਇਸ ਕਰਕੇ ਸਤਿਗੁਰਾਂ ਨੇ ਪ੍ਰਚਲਿਤ ਸ਼ਾਸਤਰ ਨਾਲ ਜੋੜਨਾ ਸੀਗਾ ਕਿ ਹਰ ਵੇਲੇ ਸ਼ਾਸਤਰ ਕੋਲ ਰੱਖੋ, ਫਿਰ ਤੁਹਾਡੇ ਤੇ ਕੋਈ ਹਮਲਾ ਨਹੀਂ ਕਰ ਸਕਦਾ। ਪਰ ਇਹ ਚੰਡੀ ਵਾਲੀ ਗੱਲ ਦਾ ਵੀ ਕੌਤਕ ਕਰਨਾ ਪਿਆ ਸਤਿਗੁਰਾਂ ਨੂੰ। ਹੁਣ ਜਿਹੜੇ ਬ੍ਰਾਹਮਣ ਰੱਖੇ ਸੀਗੇ ਉਹ ਵੈਸ਼ਨੂ, ਇੱਕ ਦਿਨ ਉਹਨਾਂ ਨੂੰ ਸੱਦਿਆ। ਉਹਨਾਂ ਨੇ ਕਿਹਾ ਵੀ ਆਪਾਂ ਐਂ ਕਰਨਾ ਹੈ, ਭਾਰਤ ਵਿੱਚੋਂ ਜ਼ੁਲਮ ਖਤਮ ਕਰਨ ਵਾਸਤੇ ਚੰਡੀ ਪ੍ਰਗਟ ਕਰਨੀ ਹੈ। ਤੁਸੀਂ ਕਹਿੰਦੇ ਹੋ ਵੀ ਦੇਵੀ ਕੋਈ ਹੈਗੀ ਚੰਡੀ ਤੇ ਉਹ ਦੁਸ਼ਟਾਂ ਦਾ ਨਾਸ਼ ਕਰਦੀ ਹੈ? ਕਹਿੰਦੇ ਹਾਂ ਜੀ ਹੈ ਤਾਂ ਸਹੀ। ਕਹਿੰਦੇ ਫਿਰ ਤੁਸੀਂ ਪ੍ਰਗਟ ਕਰ ਸਕਦੇ ਹੋ ਉਸ ਨੂੰ? ਕਹਿੰਦੇ ਜੀ ਉਹ ਤਾਂ ਬੜੀ ਔਖੀ ਹੈ ਪ੍ਰਗਟ ਕਰਨੀ, ਕਿਉਂਕਿ ਇਹ ਇਹੋ ਜਿਹੇ ਸ਼ੋਸ਼ੇ ਛੱਡਦੇ ਨੇ ਜਿਹੜੇ ਕੋਈ ਪੂਰਾ ਵੀ ਨਹੀਂ ਕਰ ਸਕਦਾ ਤੇ ਜਨਤਾ ਨੂੰ ਉਸ ਭਰਮ ਦੇ ਵਿੱਚ ਵੀ ਪਾਈ ਰੱਖਦੇ ਆ। ਤੇ ਇਹ ਵੀ ਕਹਿਣ ਲੱਗੇ ਅੱਜ ਜਦੋਂ ਪਾਤਸ਼ਾਹ ਨੇ ਕਿਹਾ ਆਪਾਂ ਚੰਡੀ ਪ੍ਰਗਟ ਕਰਨੀ ਹੈ, ਕਹਿੰਦੇ ਜੀ ਉਹ ਤਾਂ ਬੜੀ ਔਖੀ ਹੈ, ਉਹ ਤਾਂ ਅਪਰੋਖ ਉਹਨੇ ਚੋਂ ਹੀ ਵਰ ਦਿੰਦੀ ਹੈ, ਵਰਤਾਂ ਨੇ ਆਪ ਹੀ ਬਚਨ ਕਰਨੇ ਆ ਵਰਸਰਾ ਵਾਲੇ। ਕਹਿੰਦੇ ਉਹ ਤਾਂ ਉਹਨੇ 'ਚ ਹੀ ਮਿਲਦੀ ਹੈ, ਪ੍ਰਤੱਖ ਤਾਂ ਹੁੰਦੀ ਨਹੀਂ। ਤੇ ਪਾਤਸ਼ਾਹ ਕਹਿੰਦੇ ਆਪਾਂ ਤਾਂ ਪ੍ਰਤੱਖ ਕਰਨੀ ਹੈ। ਤਾਂ ਇਹ ਵੀ ਜਿਹੜੇ ਉੱਥੇ ਹਾਰ ਗਏ ਕਹਿੰਦੇ ਜੀ ਸਾਥੋਂ ਤਾਂ ਇਹ ਪ੍ਰਤੱਖ ਨਹੀਂ ਹੋ ਸਕਦੀ ਫਿਰ, ਕਿਉਂਕਿ ਜਾਹੋ ਜਲਾਲ ਸਤਿਗੁਰਾਂ ਦਾ ਹਿੱਸਾ ਹੈ। ਦੇਖ ਕੇ ਡਰ ਜਾਂਦਾ ਅਗਲਾ ਵੀ ਪਾਤਸ਼ਾਹ ਜੀ ਨਦਰੋਂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ ਪਤਾ ਨਹੀਂ ਕੀ ਹੋ ਜਾਵੇਗਾ। ਤੋ ਮੌਕੇ ਤੇ ਮੰਨ ਕੇ ਕਹਿੰਦੇ ਕੋਈ ਨਹੀਂ, ਹੁਣ ਭਾਰਤ ਵਿੱਚ ਐਸਾ ਬ੍ਰਾਹਮਣ, ਐਸਾ ਤਪਸਵੀ, ਐਸਾ ਰਿਸ਼ੀ ਕੋਈ ਨਹੀਂ ਹੈਗਾ ਜਿਹੜਾ ਜ਼ੁਲਮ ਨੂੰ ਰੋਕ ਸਕੇ। ਜਿਸ ਵੇਲੇ ਹਿੰਦੁਸਤਾਨ ਤੇ ਔਰੰਗਜ਼ੇਬ ਦਾ ਜ਼ੁਲਮ ਵਧਿਆ ਸੀਗਾ, ਉਸ ਵੇਲੇ ਵੀ ਜੇ ਉਹਨੂੰ ਰੋਕਣ ਵਾਲਾ ਕੋਈ ਸੀ ਤਾਂ ਉਹ 9ਵੇਂ ਪਾਤਸ਼ਾਹ ਬ੍ਰਹਮ ਗਿਆਨੀ ਸਰਬ ਕਲਾ ਸਮਰੱਥ 9ਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਾਨ ਨੇ ਉਹਨੂੰ ਰੋਕਿਆ ਸੀਗਾ ਹਿੰਦੁਸਤਾਨ ਤੇ ਜ਼ੁਲਮ ਕਰਨਾ। ਪਰ ਪੱਕੇ ਤੌਰ ਤੇ ਇਹਦਾ ਜਿਹੜਾ ਖਾਤਮਾ ਕਰਨਾ ਹੈ। ਤੋ ਬ੍ਰਾਹਮਣ ਕਹਿੰਦੇ ਜੀ ਸਾਥੋਂ ਤਾਂ ਪ੍ਰਗਟ ਨਹੀਂ ਹੋ ਸਕਦੀ। ਫਿਰ ਕਹਿੰਦੇ ਕੋਈ ਬੰਦਾ ਦੱਸੋ, ਕੋਈ ਐਸਾ ਬ੍ਰਾਹਮਣ। ਉਹ ਕਹਿਣ ਲੱਗੇ ਜੀ ਇੱਕ ਹੈ ਕਾਸ਼ੀ ਦੇ ਵਿੱਚ, ਹਰਿਦੁਆਰ ਦੇ ਵਿੱਚ, ਕੇਸ਼ੋ ਦਾਸ ਪੰਡਤ। ਉਹ ਸਾਰੇ ਮੰਤਰ ਜੰਤਰ ਜਾਣਦਾ ਹੈ, ਉਹ ਬੜਾ ਤਕੜਾ ਹੈ, ਕਿਉਂ ਨਾ ਉਹਨੂੰ ਸੱਦਿਆ ਜਾਵੇ। ਪਰ ਉਹਦੀ ਫੀਸ ਵਾਲੀ ਹੈ ਮਹਾਰਾਜ। ਕਹਿੰਦੇ ਕਿੰਨੀ ਕੁ ਫੀਸ ਲੈ ਲੈਂਦਾ? ਕਹਿੰਦੇ 1.5 ਲੱਖ ਤਾਂ ਉਹਦੀ ਪੂਜਾ ਲਊਗਾ ਤੇ ਬਾਕੀ ਚੰਡੀ ਪ੍ਰਗਟ ਕਰਨ ਤੇ ਵੀ 2-3 ਲੱਖ ਲੱਗ ਜਾਣਾ। ਪਾਤਸ਼ਾਹ ਕਹਿੰਦੇ ਅੱਛਾ। ਮਕਸਦ ਸੀਗਾ ਗੁਰੂ ਸਾਹਿਬ ਨੂੰ ਭਜਾਉਣ ਦਾ ਵੀ ਪੈਸੇ ਇੰਨੇ ਦੱਸ ਦਿਓ। ਗੁਰੂ ਸਾਹਿਬ ਕਹਿ ਦੇਣ ਚੱਲ ਛੱਡ ਪਰੇ। ਉਹਨੇ ਸੋਚਿਆ ਵੀ ਇੱਥੇ ਇੰਨੇ ਪੈਸੇ ਹੋਣੇ ਹੀ ਨਹੀਂ। ਭਾਈ ਆਨੰਦ ਚੰਦ ਨੂੰ, ਆਪਣੇ ਮਨੀਮ ਨੂੰ ਪੁੱਛਦੇ, ਆਨੰਦ ਚੰਦ ਆਪਣਾ ਹਿਸਾਬ ਲਾ ਕੇ 10 ਖਜ਼ਾਨੇ 'ਚ ਹੀਰੇ ਜਵਾਹਰ ਸੋਨਾ ਚਾਂਦੀ ਸਾਰਾ ਮਿਕਸ ਕਰਕੇ ਕਿੰਨਾ ਪੈਸਾ ਬਣਦਾ। ਆਨੰਦ ਚੰਦ ਜੀ ਨੇ ਗੁਰੂ ਪਿਆਰੇ ਉਸੇ ਵੇਲੇ ਜਾ ਕੇ ਹਿਸਾਬ ਲਾਇਆ। ਕਹਿੰਦਾ ਜੀ ਆਪਣੇ ਕੋਲੇ ਖਜ਼ਾਨੇ 'ਚ 9 ਲੱਖ ਦਾ ਮਾਲ ਹੈਗਾ। ਕਹੋ ਸਤਨਾਮ। ਕਿਉਂ ਬਈ ਪੰਡਤਾ 9 ਲੱਖ ਬਹੁਤ ਹੈ? ਕਹਿੰਦੇ ਜੀ 9 ਤਾਂ ਬਹੁਤ ਹੈ। ਬਸ ਫਿਰ ਠੀਕ ਹੈ। ਦੱਸ ਕੌਣ ਬੰਦਾ? ਕਹਿੰਦੇ ਜੀ ਕੇਸ਼ੋ ਦਾਸ ਕਾਸ਼ੀ ਦਾ ਜੀ, ਉਹਨੂੰ ਕਿਤੇ ਬੁਲਾਇਆ ਜਾਵੇ, ਉਹ ਇਹ ਕੰਮ ਕਰ ਸਕਦਾ ਹੈ। ਕਹਿੰਦੇ ਠੀਕ ਹੈ। ਉਸ ਤੋਂ ਬਾਅਦ ਗੁਰੂ ਪਿਆਰਿਓ ਪਾਤਸ਼ਾਹ ਜੀ ਹੁਣ ਅਗਲੀ ਵਿਉਂਤਬੰਦੀ ਆਪਣੇ ਅੰਦਰ ਬਣਾ ਰਹੇ ਹੈ। ਪਰਮੇਸ਼ਰ ਦੇ ਨਾਲ ਜੁੜ ਕੇ ਲਗਾਤਾਰ ਸੋਚਦੇ ਆ ਕੀ ਕੀਤਾ ਜਾਵੇ। ਹੁਣ ਕਿਵੇਂ ਉਹ ਕੇਸ਼ੋ ਦਾਸ ਆਉਂਦਾ ਤੇ ਕਿਵੇਂ ਸਤਿਗੁਰੂ ਉਹਨੂੰ ਇਸ ਪਾਸੇ ਲੈਂਦੇ ਹੈ।
ਇਹ ਚੰਡੀ ਪ੍ਰਗਟ ਕਰਨ ਦਾ ਕੌਤਕ ਕੀਤਾ ਹੈ, ਪਰ ਸਤਿਗੁਰ ਦਾ ਉਸ ਚੰਡੀ ਨਾਲ ਜਿਹੜੀ ਸ਼ੇਰ ਤੇ ਬੈਠੀ ਇਸਤਰੀ ਹੈ, ਦੇਵੀ ਹੈ, ਉਹਦੇ ਨਾਲ ਕੋਈ ਤਲਕ ਨਹੀਂ। ਸਤਿਗੁਰ ਦਾ ਜਿਹੜਾ ਨਮਸਕਾਰ ਹੈ ਉਹ ਸ਼ਸਤਰਾਂ ਨੂੰ ਹੈ। ਨਮੋ ਸ਼ਸਤਰ ਨਾਮੰ ਨਮਸਕਾਰ ਤਾਮੰ, ਇਹ ਜਿੰਨੇ ਸ਼ਸਤਰ ਨਾਮ ਧਾਰਦੇ ਹਨ ਇਹਨਾਂ ਨੂੰ ਮੇਰੀ ਨਮਸਕਾਰ ਹੈ। ਨਮੋ ਸਰਬ ਸ਼ਾਸਤਰੰ ਨਮੋ ਸਰਬ ਸ਼ਾਸਤਰੰ, ਸਾਰੇ ਗ੍ਰੰਥਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਨਮਸਕਾਰ ਹੈ, ਤੇ ਸ਼ਾਸਤਰ ਨੂੰ ਗ੍ਰੰਥ ਹੈ। ਸਰੀਰ ਆਪਣਾ ਸ਼ਾਸਤਰ ਤੋਂ ਬਗੈਰ ਜਿਹੜਾ ਹੈ, ਹਥਿਆਰ ਤੋਂ ਬਗੈਰ ਬੰਦਾ ਕਿਸੇ ਕੰਮ ਦਾ। ਤਾਂ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਦੱਸ ਪਾਈ ਹੈ ਕਾਸ਼ੀ ਦਾਸ ਦੀ। ਸਤਿਗੁਰੂ ਚੁੱਪ ਕਰ ਗਏ। ਉਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਇਹ ਵਿਚਾਰਾ ਹੁਣ ਆਰੰਭ ਕਰਕੇ ਸਰਵਣ ਕਰਦੇ ਆ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਪ ਸਰਬੀ ਸਮਰੱਥ ਤਰਤੇ ਕਹੋ ਚਾਹੋ ਦੁਰਲਭ ਪੀ ਪਾਏ। ਮਹਾਰਾਜ ਜੀ ਵੈਸੇ ਤਾਂ ਇਹ ਦੇਵੀ ਪ੍ਰਗਟ ਨਹੀਂ ਹੁੰਦੀ, ਅਪਰੋਖ ਉਹਨੇ ਚੋਂ ਹੀ ਵਰ ਦਿੰਦੀ ਹੈ, ਬਸ ਆਵਾਜ਼ ਸੁਣਦੀ ਆ। ਪਰ ਤੁਸੀਂ ਸਰਬ ਕਲਾ ਸਮਰੱਥ ਹੋ, ਤੁਸੀਂ ਤਾਂ ਜੋ ਦੁਰਲਭ ਹੈ ਉਹਨੂੰ ਵੀ ਪ੍ਰਾਪਤ ਕਰ ਸਕਦੇ ਹੋ। ਪੂਜਨ ਮੰਤਰਨ ਪਠਨ ਆਰਾਧਨ ਇਕ ਕਾਸੀ ਮੈਂ ਹੈ ਦਿਜਰਾਏ। ਫਿਰ ਦੱਸੋ ਕੋਈ ਇਹੋ ਜਿਹਾ ਮਨੁੱਖ ਹੈ ਜਿਹੜਾ ਉਸ ਨੂੰ ਪ੍ਰਗਟ ਕਰ ਸਕਦਾ ਹੈ? ਪੂਜਾ ਹੋਮ ਹਵਨ ਜੋ ਕਰਨਾ ਹੋਵੇ ਕਰਕੇ, ਮੰਤਰ ਪੜ੍ਹ ਕੇ। ਕਹਿਣ ਲੱਗੇ ਜੀ ਕਾਸ਼ੀ ਦੇ ਵਿੱਚ ਇੱਕ ਪੰਡਤ ਰਹਿੰਦਾ ਕੇਸ਼ੋ ਦਾਸ। ਕੇਸ਼ੋ ਦਾਸ ਨਾਮ ਜਿਸ ਵਿਦ ਤੋ ਅਪਰਨਾ ਸੰਸਰ ਤਿਸ ਕੇ ਕਾਏ। ਉਹ वेदांती है, वेदां दा भगत है, मूँह जवानी ਉਹਦੇ ਸਾਰੇ वेद कंठ ਹਨ, बड़े मंत्र जंतर जानदा, सारे हवन आदि करने कराने, पूजा पाठ ये भी करन कराउण जानदा है। ਉਹਦੇ ਵਰਗਾ ਕੋਈ ਨਹੀਂ ਹੈ। ਸੋ ਆਵੇ ਤਨ ਅਨਗਿਨ ਪਾਵੈ ਕਰਵਾਰੇ ਬਿਦ ਜਿਵ ਬਗਿਆਏ। ਜੇ ਉਹ ਕਾਸ਼ੀ ਦਾਸ ਆ ਗਿਆ ਨਾ ਪੈਸੇ ਬਹੁਤ ਲੈਂਦਾ, ਵੈਸੇ ਧਨ ਅਨਗਿਨ ਪਾਵੈ ਉਹ ਪੈਸੇ ਬਹੁਤ ਲੈਂਦਾ, ਪਰ ਜੇ ਉਹ ਆ ਗਿਆ ਤੇ ਉਹ ਇਸ ਨੂੰ ਪ੍ਰਗਟ ਕਰ ਸਕਦਾ ਹੈ ਜੀ। ਜੇ ਰਾਵਣ ਕੇ ਹੈ ਬੋ ਲਾਲਸਾ ਜਿਉ ਕਿਉ ਕਰ ਦਿਜਲੇ ਹੋ ਬੁਲਾਏ। ਜੇ ਤੁਸੀਂ ਦੇਵੀ ਪ੍ਰਗਟ ਕਰਨੀ ਹੈ ਚੰਡੀ, ਲਾਲਸਾ ਇੱਛਾ ਹੈ, ਤਾਂ ਫਿਰ ਤੁਸੀਂ ਕਾਸ਼ੀ ਦਾਸ ਨੂੰ ਬੁਲਾ ਲਓ। ਸਮਰੱਥ ਅਕਰਨ ਤੇ ਕਰ ਲਿਓ ਅਪਰ ਜੇ ਪੰਡਤ ਕੀ ਨਰ ਰਾਏ। ਹੋਰ ਤਾਂ ਕੋਈ ਪੰਡਤ ਨਹੀਂ ਕਰ ਸਕਦਾਗਾ, ਜਾਂ ਤਾਂ ਕੇਸ਼ੋ ਦਾਸ ਕਰ ਸਕਦਾ ਹੈ, ਜਾਂ ਫਿਰ ਤੁਸੀਂ ਸਰਬ ਕਲਾ ਸਮਰੱਥ ਹੋ, ਤੁਸੀਂ ਕਰ ਸਕਦੇ ਹੋ। ਨਹੀਂ ਨਾਮ ਲੈ ਸਕੇ ਜਾਏ। ਤਾਂ ਕਹਿਣ ਲੱਗੇ ਇਹ ਸਾਰੇ ਪੰਡਤ ਮਹਾਰਾਜ ਇਹ ਤੁਸੀਂ ਹੀ ਕਰ ਸਕਦੇ ਹੋ, ਹੋਰ ਕੋਈ ਉਸ ਨੂੰ ਪ੍ਰਗਟ ਨਹੀਂ ਕਰ ਸਕਦਾ। ਸ੍ਰੀ ਕਲਗੀਧਰ ਸੁਨਤ ਜਗਨ ਤੇ ਲੋਕ ਰੀਤ ਜਿਮਤੇ ਹਰਿ ਖਾਏ। ਸਤਿਗੁਰੂ ਪਾਤਸ਼ਾਹ ਕਹਿੰਦੇ ਲੋਕਾਂ ਰੀਤ ਮੁਤਾਬਕ ਹੱਸ ਪਏ, ਕਹਿੰਦੇ ਠੀਕ ਆ ਫਿਰ ਕੇਸ਼ੋ ਦਾਸ ਨੂੰ ਮਿਲਦੇ ਆ ਦੋਹਰਾ। ਉਠੇ ਪ੍ਰਭੂ ਮਨ ਰਸ ਤਜੀ ਮੰਦਰ ਪ੍ਰਵੇਸ਼ੀ ਜਾਏ। ਇਸ ਤਰ੍ਹਾਂ ਸਤਿਗੁਰਾਂ ਨੇ ਸਭਾ ਸਮਾਪਤ ਕੀਤੀ। ਜੋ ਇੱਥੇ ਰਹਿਣ ਵਾਲੇ ਸਨ ਆਪਣੀ ਰਿਹਾਇਸ਼ਾਂ ਵਿੱਚ ਚਲੇ ਗਏ, ਗੁਰੂ ਸਾਹਿਬ ਵੀ ਮਹਿਲਾਂ ਵਿੱਚ ਚਲੇ ਗਏ। ਨਿਜ ਨਿਜ ਥਲ ਸਿੱਖ ਦਾਸ ਜਿਜ ਪਹੁੰਚੇ ਬੋਝ ਸਗਾਏ। ਗੁਰੂ ਕੇ ਸਿੱਖ ਸੇਵਕ ਸਿੱਖ ਸੰਗਤਾਂ ਜਿਹੜੀਆਂ ਹਨ ਆਪੋ ਆਪਣੇ ਸਥਾਨਾਂ ਤੇ ਬਿਰਾਜ ਗਈਆਂ ਜੀ। ਮਾਸ ਬਿਤੇ ਕੀ ਤਕ ਜਬ ਹੈ ਦਿਨ ਪ੍ਰਤ ਚੈਤ ਵਿਸ਼ੇਸ਼। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਹੁਣ ਇੱਕੋ ਹੀ ਧਿਆਨ ਹੈ, ਭਾਰਤ ਵਰਸ਼ ਦੇ ਲੋਕਾਂ ਦੀ ਧੌਣ ਤੋਂ ਗੁਲਾਮੀ ਦਾ ਜੂੜਾ ਕਿਵੇਂ ਲਾਹਿਆ ਜਾਵੇ। ਇਹਦੇ ਵਾਸਤੇ ਸਾਰਾ ਦਿਨ ਰਾਤ ਇਹੀ ਸੋਚਦੇ ਰਹਿੰਦੇ ਹਨ ਕਿ ਪਹਿਲਾਂ ਤਾਂ ਇਹ ਭਰਮ ਕੱਢਾਂ ਜਿਹੜਾ ਚੰਡੀ ਵਾਲਾ ਉਹ ਕਿਹੜੀ ਸ਼ਕਤੀ ਹੈ ਜਿਹੜੀ ਇਹ ਕਹਿੰਦੇ ਹਨ ਉਹ ਕਿਵੇਂ ਪ੍ਰਗਟ ਹੋਵੇ। ਦੇਵੀ ਚਾਂਡਿਕਾ ਉਪਜੇ ਪੰਥ ਅਸ਼ੀਸ਼। ਔਰ ਫਿਰ ਉਹ ਅਧਿਆਤਮਕ ਸ਼ਕਤੀ ਵੈਸੇ ਸ਼ਾਸਤਰ ਹੈ। ਮੈਂ ਵਾਰ-ਵਾਰ ਬੇਨਤੀ ਕਰਾਂ ਕਿ ਸਤਿਗੁਰਾਂ ਦਾ ਕਿਸੇ ਇਸਤਰੀ ਰੂਪੀ ਦੇਵੀ ਨਾਲ ਕੋਈ ਤਲਕ ਨਹੀਂ ਹੈ, ਸ਼ਾਸਤਰਾਂ ਨਾਲ ਤਲਕ ਹੈ। ਪਰ ਜਿਹੜੇ ਭਰਮ ਪਏ ਹੋਏ ਸੀ ਦੁਨੀਆ ਵਿੱਚ ਉਹ ਭਰਮ ਵੀ ਕੱਢਣੇ ਸਨ। ਜਿਵੇਂ ਪਹਿਲਾਂ ਮਸੰਦਾਂ ਦੀ ਪ੍ਰੀਖਿਆ ਲਈ ਜਦ ਛੋਟੇ ਸੀ ਨਾ 5 ਸਾਲ ਦੇ, ਤੇ ਗੁਰੂ ਪਿਆਰਿਓ ਪਟਨਾ ਸਾਹਿਬ ਤੋਂ ਕਾਹਲੀ ਕਰਨ ਲੱਗੇ। ਮਾਤਾ ਜੀ ਹੋਰਾਂ ਨੂੰ ਕਹਿੰਦੇ ਆਪਾਂ ਪਿੰਡ ਚੱਲੀਏ, ਆਪਣੇ ਅਨੰਦਪੁਰ ਸਾਹਿਬ ਚੱਲੀਏ। ਮਾਤਾ ਜੀ ਕਹਿੰਦੇ ਪੁੱਤਰ ਤੂੰ ਇੱਥੇ ਹੀ ਰਹਿ, ਉੱਥੇ ਬੜੇ ਲੜਾਈ ਝਗੜੇ ਆ, ਪਹਿਲਾਂ ਆਪਾਂ ਬਕਾਲੇ ਚੋਂ ਆਏ ਆ, ਇਸੇ ਕਰਕੇ ਸ਼ਰੀਕਾ ਕਬੀਲਾ ਜਿਹੜਾ ਹੈ ਉਹ ਸ਼ਰੀਕਾ ਕਰਦਾ, ਆਪਾਂ ਉੱਧਰ ਨਹੀਂ ਜਾਂਦੇ। ਪਾਤਸ਼ਾਹ ਬੜੀ ਜਿੱਦ ਕਰਨ ਲੱਗੇ ਕਿਉਂਕਿ ਮਾਤਾ
ਨਾਨਕੀ ਜੀ ਨੇ ਜੋ ਇਹਨਾਂ ਦੇ ਦਾਦੀ ਲੱਗਦੇ ਆ, ਉਹਨਾਂ ਨੇ ਹਰਗੋਬਿੰਦ ਸਾਹਿਬ ਜੀ ਦੀਆਂ ਬੜੀਆਂ ਕਹਾਣੀਆਂ ਸਾਖੀਆਂ ਸੁਣਾਈਆਂ ਸੀਗੀਆਂ, ਸਾਰੇ ਜੰਗਾਂ ਦਾ ਵਰਣਨ। ਤਾਂ ਮਨ ਵਿੱਚ ਉਬਲਾ ਚੁਬਲੀ ਸੀ, ਕਦੋਂ ਮੈਂ ਉਹ ਇਲਾਕਾ ਜਾ ਕੇ ਦੇਖਾਂ ਜਿੱਥੇ ਮੇਰੇ ਦਾਦੇ ਪੜਦਾਦੇ ਵਸੇ ਹਨ। ਮਾਤਾਵਾਂ ਰੋਕਦੀਆਂ ਰਹੀਆਂ ਤੇ ਇੱਕ ਦਿਨ ਕਹਿੰਦੀਆਂ, ਪੁੱਤ ਵੇਖ ਮਸੰਦ ਤੇਰੀ ਕਿੰਨੀ ਸੇਵਾ ਕਰਦੇ ਆ, ਤੈਨੂੰ ਕੀ ਲੋੜ ਹੈ ਉੱਥੇ ਜਾਣ ਦੀ, ਆਪਾਂ ਇੱਥੇ ਵਧੀਆ ਖਾਣੇ ਪੀਂਦੇ ਆ। ਪਾਤਸ਼ਾਹ ਕਹਿੰਦੇ, ਨਾ ਮੈਂ ਤਾਂ ਉੱਥੇ ਹੀ ਜਾਣਾ। ਜੇ ਮਸੰਦਾਂ ਦੀ ਗੱਲ ਕਰਦੇ ਹੋ, ਫਿਰ ਮਸੰਦਾਂ ਦੇ ਬਾਰੇ ਮੈਂ ਤੁਹਾਨੂੰ ਦਿਖਾਵਾਂ ਇਹ ਕਿੰਨੇ ਕੁ ਆਪਣੀ ਸੇਵਾ ਕਰਦੇ ਆ। ਕਹਿੰਦੀ ਪਰਖ ਕੇ ਦੇਖ ਲੈ ਪੁੱਤ, ਜੋ ਮੰਗੇਗਾ ਉਹੀ ਮਿਲਦਾ। ਤੇ ਇੱਕ ਦਿਨ ਬਲਾਕੀ ਦਾਸ ਇੱਕ ਮਸੰਦ ਹੋਇਆ, ਗੁਰੂ ਪਿਆਰਿਓ ਉਸ ਨੂੰ ਸੁਨੇਹਾ ਭੇਜਿਆ, ਭਾਵ ਹੁਕਮਨਾਮਾ ਭੇਜਿਆ ਵੀ ਸਾਡੇ ਵਾਸਤੇ ਜਿਹੜਾ ਹੈ 700 ਗ੍ਰਾਮ 700 ਤੋਲਾ 700 ਗ੍ਰਾਮ ਬਣਦਾ। ਅੱਜ ਕੱਲ੍ਹ ਦੇ ਹਿਸਾਬ ਨਾਲ ਪਹਿਲਾਂ 12 ਆਨਿਆਂ ਦਾ ਤੋਲਾ ਹੁੰਦਾ ਸੀਗਾ, 16 ਆਨਿਆਂ ਦਾ 12 ਗ੍ਰਾਮ ਦਾ, ਤੇ ਅੱਜ 10 ਗ੍ਰਾਮ ਦਾ। ਚਲੋ ਪਾਤਸ਼ਾਹ ਨੇ 700 ਤੋਲਾ ਸੋਨਾ ਲਾ ਕੇ ਪਾਲਕੀ ਬਣਾ ਕੇ ਭੇਜਣ ਦਾ ਹੁਕਮ ਭੇਜਤਾ। ਕਹੋ ਸਤਿਨਾਮ। ਬਲਾਕੀ ਦਾਸ ਮਸੰਦ ਹੈ, ਸੰਗਤਾਂ ਦਾ ਚੜਾਵਾ ਇਕੱਠਾ ਕਰਦਾ ਹੈ, ਪੂਜਾ ਅਰਚਾ ਇਹ ਇਕੱਠੇ ਕਰਕੇ ਲਿਆਉਂਦੇ ਆ। ਬਲਾਕੀ ਦਾਸ ਮਸੰਦ ਨੇ ਕਹਿੰਦੇ ਉਹ ਪਾਲਕੀ ਬਣਾਉਣੀ ਸ਼ੁਰੂ ਕੀਤੀ, ਉਹਦੇ ਉੱਤੇ ਪੱਤਰਾ ਲਾਉਣਾ ਸੀ, 700 ਗ੍ਰਾਮ ਸੋਨਾ ਸਾਰਾ ਕਢਾਈ ਕਰਕੇ ਉਹ ਪਾਲਕੀ ਬਣਾ ਕੇ ਭੇਜ ਦਿੱਤੀ। ਤੇ ਮਾਤਾ ਜੀ ਕਹਿੰਦੇ, ਵੇਖਿਆ ਪੁੱਤਰ ਕਿੰਨੀ ਸੁੰਦਰ ਪਾਲਕੀ ਬਣਾਈ ਤੂੰ। ਬਲਾਕੀ ਦਾਸ ਨੂੰ ਕਿਹਾ ਤੇ ਉਹਨੇ ਤੇਰੀ ਗੱਲ ਮੰਨ ਕੇ ਦੇਖ ਸਾਰੀ ਸੋਨੇ ਦੀ ਬਣਾ ਕੇ ਭੇਜੀ ਆ। ਕਹਿੰਦੇ ਠੀਕ ਆ, ਦਿਖਾਵਾਂਗੇ ਕਿੰਨਾ ਸੋਨਾ ਲੱਗਿਆ ਇਸ ਨੂੰ। ਤੇ ਸਿੱਖਾਂ ਨੂੰ ਕਹਿੰਦੇ ਵੀ ਲੱਕੜਾਂ ਇਕੱਠੀਆਂ ਕਰੋ। ਪਟਨਾ ਸਾਹਿਬ ਗੁਰੂ ਘਰ ਦੇ ਵਿਹੜੇ 'ਚ ਲੱਕੜਾਂ ਦੀ ਚਿਖਾ ਲਵਾ ਲਈ। ਕਹੋ ਸਤਿਨਾਮ। ਢੇਰ ਲਵਾ ਲਿਆ। ਸਾਰੇ ਹੈਰਾਨ ਵੇਖੀ ਕਰੀ ਜਾਂਦੇ ਨੇ, ਪਰ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ, ਕਿਉਂਕਿ ਤੇਗ ਬਹਾਦਰ ਜੀ ਕਿਹਾ ਸੀ ਕਿ ਖੁਦ ਮੁਖਤਿਆਰ ਹੈ, ਇਹਨਾਂ ਦੀ ਗੱਲ ਮੰਨਿਓ। ਸਿੱਖਾਂ ਨੇ ਬਚਨ ਮੰਨ ਕੇ ਲੱਕੜ ਢੇਰ ਲਾਤਾ। ਕਹਿੰਦੇ ਹੁਣ ਉਹ ਪਾਲਕੀ ਕੱਢ ਕੇ ਲਿਆਓ ਅੰਦਰੋਂ। ਪਾਲਕੀ ਚੱਕ ਲਿਆਂਦੀ, ਕਹਿੰਦੇ ਰੱਖ ਦਿਓ ਲੱਕੜਾਂ 'ਚ। ਸਾਰੇ ਕਹਿਣ ਬਾਬਾ ਜੀ ਬੜੀ ਸੁੰਦਰ ਬਣੀ ਹੈ, ਇਹਨੂੰ ਮਚਾਉਣਾ ਤਾਂ ਨਹੀਂ ਆਪਾਂ, ਕਹਿੰਦੇ ਮਚਾ ਕੇ ਦੇਖਣੀ ਹੈ। ਉਹਨਾਂ ਲੱਕੜਾਂ ਨੂੰ ਅੱਗ ਲਾ ਦਿੱਤੀ ਗਈ। ਜਦ ਅੱਗ ਲੱਗੀ ਤੇ ਉਹ ਵਿੱਚੇ ਪਾਲਕੀ ਮੱਚ ਗਈ। ਫਿਰ ਸਾਰੀ ਸਵਾਹ ਧੋਤੀ ਗਈ ਤੇ ਜਿਹੜਾ ਸੋਨਾ ਸੀ ਉਹ ਗਲੀਆਂ ਬਣ ਗਿਆ। ਉਹ ਸਵਾਹ ਵਿੱਚੋਂ ਬਾਹਰ ਕੱਢ ਲਿਆ ਤੇ ਜਦੋਂ ਸਵਾਹ ਵਿੱਚੋਂ ਬਾਹਰ ਕੱਢ ਕੇ ਉਹਦਾ ਵਜਨ ਕੀਤਾ ਗਿਆ ਤੇ ਉਹ 70 ਤੋਲੇ ਨਿਕਲਿਆ। ਕਹੋ ਸਤਿਨਾਮ। ਤੇ ਰਾਜੀ ਕੁੰਡੀ ਲੱਗੀ ਨਾ, ਉਦੋਂ ਮਸੰਦਾਂ ਦਾ ਵੀ ਹਿਸਾਬ ਕਿਤਾਬ ਲਿਆ ਸੀਗਾ, ਰਾਜਿਆਂ ਦਾ ਵੀ ਲਿਆ। ਰਾਜੇ ਸ਼ੀਂਹ ਮੁਕੱਦਮ ਕੁੱਤੇ ਗੋਰਖਨਾਥ ਦੇ ਚੇਲਿਆਂ ਨੂੰ ਵੀ ਸਿੱਧਾ ਕੀਤਾ ਬਈ ਤੁਸੀਂ ਜਿਹੜੇ ਯੋਗ ਸਾਧਨਾ ਜਾਣਦੇ ਨਹੀਂ, ਯੋਗ ਨਾ ਖਿੰਥਾ ਯੋਗ ਨਾ ਡੰਡਾ ਯੋਗ ਨਾ ਭਸਮ ਚੜਾਈ ਹੈ, ਯੋਗ ਨਾ ਮੁੰਦੀ ਮੂੰਡ ਬਣਾਇਆ ਯੋਗ ਨਾ ਸਿੰਘੀ ਬਾਈ ਹੈ। ਬਾਬੇ ਨਾਨਕ ਨੇ ਪਹਿਲਾਂ ਕਿਹਾ, 10ਵੇਂ ਪਾਤਸ਼ਾਹ ਨਾਲ ਵੀ ਯੋਗੀ ਮਿਲਦੇ ਰਹੇ। ਕਹਿੰਦੇ ਹੁਣ ਦੱਸੋ 70 ਤੋਲੇ ਸੋਨਾ ਨਿਕਲਿਆ, ਆਪਾਂ 700 ਤੋਲੇ ਕਿਹਾ ਸੀ। ਕਹੋ ਸਤਿਨਾਮ। ਆਪਾਂ ਇੱਥੋਂ ਚੱਲਣਾ। ਖੈਰ ਉੱਥੋਂ ਫਿਰ ਇੱਧਰ ਨੂੰ ਆ ਗਏ। ਤਾਂ ਸਤਿਗੁਰ ਦਾ ਮਕਸਦ ਜਿਹੜੀ ਜਿਹੜੀ ਘਾਟ ਹੈ ਸੰਸਾਰ ਦੇ ਵਿੱਚ, ਭਾਰਤ ਵਰਸ਼ ਵਿੱਚ ਖਾਸ ਕਰਕੇ ਆਈ ਹੈ, ਇਸ ਘਾਟ ਨੂੰ ਮੈਂ ਦੂਰ ਕਰਨੀ ਚਾਹੁੰਦਾ। ਉਸ ਨੂੰ ਦੂਰ ਕਰਨ ਵਾਸਤੇ ਪਾਤਸ਼ਾਹ ਹੁਣ ਬ੍ਰਾਹਮਣਾਂ ਦੀ ਪ੍ਰੀਖਿਆ ਲੈਣ ਤੇ ਲੱਗੇ ਹੋਏ ਹੈ, ਕਿਉਂਕਿ ਇਹ ਵੀ ਧਰਮ ਦੇ ਮੁਖੀ ਹੁੰਦੇ ਸੀ ਭਾਰਤ ਵਰਸ਼ ਦੇ। ਤਾਂ ਕਹਿਣ ਲੱਗੇ ਉਹਨਾਂ ਬ੍ਰਾਹਮਣਾਂ ਨੂੰ ਪੁੱਛ ਕਰਕੇ ਪਾਤਸ਼ਾਹ ਕਹਿੰਦੇ ਠੀਕ ਹੈ ਕਾਸ਼ੀ ਦਾਸ ਨੂੰ ਮਿਲਾਂਗੇ। ਇਉਂ ਸਮਾਂ ਲੰਘਦਾ ਗਿਆ ਦੋਹੇਰਾ। ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਗਿਆ, ਕਈ ਮਹੀਨੇ ਬਤੀਤ ਹੋ ਗਏ। ਸਤਿਗੁਰੂ ਇਸੇ ਵਿਸ਼ੇ ਤੇ ਸੋਚਦੇ ਰਹੇ। ਇਤਿਹਾਸ ਵਿੱਚ ਲਿਖਿਆ ਕਿ 11 ਮਹੀਨੇ ਪਾਤਸ਼ਾਹ ਜੀ ਇਸ ਤਰ੍ਹਾਂ ਸੋਚਦੇ ਰਹੇ ਵੀ ਕੀ ਕਰਾਂ। ਮੈਂ ਜਿਹੜਾ ਖਾਲਸਾ ਪੰਥ ਵਿਸ਼ੇਸ਼ ਪੰਥ ਰਚਨਾ ਚਾਹੁੰਦਾ ਹਾਂ, ਉਸ ਨੂੰ ਮੈਂ ਕਿਵੇਂ ਰਚਾਂ ਤੇ ਕਿਵੇਂ ਇਹਨਾਂ ਦਾ ਚੰਡੀ ਵਾਲੀ ਜਿਹੜੀ ਗੱਲ ਹੈ ਉਹ ਪ੍ਰਗਟ ਕਰਕੇ ਦਿਖਾਵਾਂ ਵੀ ਚੰਡੀ ਹੈ ਕੀ। ਆਇਓ ਫਾਗਣ ਮਾਸ ਸੁਹਾਵਤ ਗਾਵਤ ਰਿਤੇ ਪ੍ਰਮੋਦ ਬਦਾਵਤ। ਫੱਗਣ ਦਾ ਮਹੀਨਾ ਆ ਗਿਆ ਚਲਦੇ ਚਲਦੇ। ਸਭ ਮੈਂ ਕਰ ਬਸੰਤ ਪ੍ਰਦਾਨ ਅਪਰ ਰਾਗ ਸਭ ਗਾਏ ਸੁਜਾਨ। ਬਸੰਤ ਰਾਗ ਆ ਜਾਂਦਾ ਹੈ, ਜਿਹੜੇ ਦਰਖਤ ਆ ਉਹ ਹਰੇ ਭਰੇ ਹੋ ਜਾਂਦੇ ਹੈ। ਮਨੁੱਖ ਨੂੰ ਵੀ ਪਾਤਸ਼ਾਹ ਕਹਿੰਦੇ ਓਏ ਤੂੰ ਵੀ ਹਰਾ ਹੋ ਜਾ, ਤੇਰੇ ਤੇ ਬਸੰਤ ਦਾ ਕੋਈ ਅਸਰ ਨਹੀਂਗਾ। ਉਸ ਰੁੱਤ ਬਸੰਤ ਦਾ ਕੋਈ ਅਸਰ ਨਹੀਂ, ਪਰ ਮਨੁੱਖਾ ਜੀਵਨ ਇੱਕ ਬਸੰਤ ਰੁੱਤ ਹੈ, ਤੇਰੇ ਉੱਤੇ ਇਹਦਾ ਅਸਰ ਤਾਂ ਹੋ ਸਕਦਾ ਹੈ। ਬਸੰਤ ਕੀ ਵਾਰ ਮਹੱਲ ਪੰਜਵਾ, ਹਰ ਕਾ ਨਾਮ ਧਿਆਇ ਕਹਿ ਹੋ ਹਰਿਆ ਭਾਈ। ਕਰਮ ਲਿਖਣ ਤੇ ਪਾਈ ਹੈ ਇਹ ਰੁੱਤ ਸੁਹਾਈ। ਭਾ ਮਨੁੱਖਾ ਜੀਵਨ ਚੰਗੀ ਰੁੱਤ ਮਿਲਿਆ, ਨਾਮ ਜਪਿਆ ਕਰ। ਖੈਰ ਬਸੰਤ ਰੁੱਤ ਆਈ, ਸਾਰੇ ਪਾਸੇ ਹੁਣ
ਜਿਹੜਾ ਹੈ ਸ਼ਹਿਬਰਾਂ ਲੱਗੀਆਂ, ਦਰਖਤਾਂ ਦੇ ਨਵੇਂ ਪੱਤੇ ਨਿਕਲ ਆਏ ਤੇ ਬਸੰਤ ਰਾਗ ਵੀ ਥਾਂ ਥਾਂ ਤੇ ਗਾਇਆ ਜਾਣ ਲੱਗਿਆ ਜੀ। ਆਨੰਦ ਆਨੰਦ ਮਿਲੰਦਿਓ ਜੈ ਕੇ ਗਾਵੇ ਗੁਰਪਦ ਬੰਦਿਓ। ਆਨੰਦਪੁਰ ਸਾਹਿਬ ਦੇ ਵਿੱਚ ਵੀ ਬਸੰਤ ਦਾ ਮੇਲਾ ਮਨਾਇਆ ਜਾਂਦਾ ਹੈ। ਜਿਵੇਂ ਬਸੰਤ ਜਦ ਚੜ੍ਹਦੀ ਹੈ, ਸ਼ੁਰੂ ਹੁੰਦੀ ਹੈ, ਗੁਰੂ ਘਰ ਤੇ ਰਾਗ ਬਸੰਤ ਗਾਇਆ ਜਾਂਦਾ ਹੈ। ਖਾਸ ਕਰਕੇ ਬਸੰਤ ਪੰਚਮੀ ਜਿਵੇਂ 9ਵੇਂ ਪਾਤਸ਼ਾਹ ਜੀ ਦਾ ਹੁਕਮ ਹੈ, ਪਟਿਆਲੇ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਆਨੰਦਪੁਰ ਸਾਹਿਬ ਵੀ ਬਸੰਤ ਪੰਚਮੀ ਦਾ ਮੇਲਾ ਲੱਗਦਾ ਹੈ। ਆਨੰਦਪੁਰੀ ਦੇ ਵਿੱਚ ਸੰਗਤਾਂ ਇਕੱਠੀਆਂ ਹੋਣ ਲੱਗੀਆਂ। ਤੇ ਫੱਗਣ ਦੇ ਵਿੱਚ ਗੁਰੂ ਘਰ ਦਾ ਖਾਸ ਮੇਲਾ ਹੈ ਹੋਲਾ ਮਹੱਲਾ। ਇਹ ਵੀ ਬਸੰਤ ਵਿੱਚ ਆਉਂਦਾ ਹੈ ਤੇ ਹੋਲੇ ਮਹੱਲੇ ਨੂੰ ਮਨਾਉਣ ਵਾਸਤੇ ਸੰਗਤਾਂ ਹੁਣ ਗੁਰੂ ਘਰ ਆਉਣ ਲੱਗੀਆਂ। ਜਿਵੇਂ ਪਾਤਸ਼ਾਹ ਜੀ ਨੇ ਹੋਲੀ ਦੇ ਕਨਸੈਪਟ ਨੂੰ ਬਦਲ ਕੇ ਹੋਲਾ ਮਹੱਲਾ ਬਣਾ ਦਿੱਤਾ। ਹੋਲੀ ਕੀ ਹੈ? ਰੰਗ ਪਾਉਣੇ ਕਿਸੇ ਤੇ ਅੱਜ ਕੱਲ੍ਹ ਤਾਂ ਤੇਜ਼ਾਬਾਂ ਵਾਲੇ ਰੰਗ ਆ ਗਏ, ਇਸ ਤਰ੍ਹਾਂ ਵਾਲੇ ਜਿਹੜੇ ਖਰਾਬੀ ਕਰਦੇ ਆ। ਇਸੇ ਹੋਲੀ ਦੀ ਆੜ ਵਿੱਚ ਬਹੁਤ ਲੋਕ ਗਲਤ ਕਰਮ ਵੀ ਕਰ ਜਾਂਦੇ ਨੇ। ਇਸ ਕਰਕੇ ਸਤਿਗੁਰਾਂ ਨੇ ਹੋਲੀ ਦੇ ਰਾਹੀਂ ਖਰਾਬ ਹੋਣ ਵਾਲੀ ਸ਼ਕਤੀ ਨੂੰ ਹੋਲੇ ਮਹੱਲੇ 'ਚ ਬਦਲ ਦਿੱਤਾ। 2 ਜਥੇ ਬਣਾਉਣੇ, ਉਹਨਾਂ ਦੀ ਗੱਤਕਾਬਾਜੀ ਨੇਜਾਬਾਜੀ ਕਰਾਉਣੀ, ਉਹਨਾਂ ਸ਼ਸਤਰਾਂ ਦੀ ਵਿਦਿਆ ਦੇਣੀ ਤਾਂ ਕਿ ਕੱਲ੍ਹ ਨੂੰ ਜੰਗ 'ਚ ਲੋੜ ਪਵੇ ਤੇ ਹੋਲੇ ਮਹੱਲੇ ਵਾਲੇ ਜਿਹੜੇ ਅੱਜ ਕੌਤਕ ਹੈ ਇਹ ਉੱਥੇ ਕੰਮ ਦੇਣ। ਤਾਂ ਹੋਲਾ ਮਹੱਲਾ ਆ ਗਿਆ ਹੈ। ਚਾਰਾਂ ਹੀ ਵਰਨਾਂ ਦੇ ਵਿੱਚੋਂ ਗੁਰੂ ਨਾਨਕ ਨਾਮ ਲੇਵਾ ਬਹੁਤ ਸਿੱਖ ਸੰਗਤ ਹੈ ਔਰ ਚਾਰਾਂ ਹੀ ਦਿਸ਼ਾਵਾਂ ਵਿੱਚ ਬਸਦੀਆਂ, ਸਾਰੇ ਆਉਣ ਲੱਗੇ। ਕਿਹਾ ਜਗਨਨਾਥ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਜਾ ਕੇ ਪਹੁੰਚੇ ਹਨ ਔਰ ਟਾਪੂਆਂ ਦੇ ਵਿੱਚ ਵੀ 17 ਟਾਪੂ ਜਿਨ੍ਹਾਂ ਦੇ ਵਿੱਚ ਚਰਨ ਪਾ ਕੇ ਸਤਿਗੁਰਾਂ ਨੇ ਗੁਰੂ ਪਿਆਰੂ ਜਿਸ ਟਾਪੂ ਤੇ ਝੰਡਾ ਵਾਢੀ ਵੀ ਰਹਿੰਦਾ ਸੀਗਾ, ਇੱਕ ਥਾਂ ਦਾ ਉਹਨੂੰ ਪ੍ਰਚਾਰਕ ਬਣਾਇਆ। ਉਹਨਾਂ ਟਾਪੂਆਂ ਤੋਂ ਵੀ ਸੰਗਤ ਆਈ ਹੈ। ਦੱਖਣ ਵਾਲੇ ਪਾਸੇ ਦਵਾਰਕਾਪੁਰੀ ਦੇ ਵਿੱਚ ਵੀ ਸਿੱਖ ਸੰਗਤਾਂ ਵਸਦੀਆਂ ਸਨ। ਔਰ ਪੱਛਮ ਵਾਲੇ ਪਾਸੇ ਸ਼ਿਪਦੇ ਵਾਲੇ ਪਾਸੇ ਬਲਕ ਬੁਖਾਰਾ ਕਾਬਲ ਕੰਧਾਰ ਆਦਿ ਇਸ ਅਰਬ ਸਥਾਨ ਦੇ ਵਿੱਚ ਵੀ ਬਹੁਤ ਸੰਗਤਾਂ ਵਸਦੀਆਂ। ਮੱਕੇ ਤੱਕ ਬਾਬੇ ਨਾਨਕ ਜੀ ਨੇ ਕਿਰਪਾ ਕੀਤੀ ਹੈ, ਇਧਰੋਂ ਵੀ ਸੰਗਤਾਂ ਆ ਰਹੀਆਂ ਹਨ। ਉੱਤਰ ਦੇਸ਼ ਵਾਲਾ ਪਾਸਾ ਕਸ਼ਮੀਰ, ਜੰਮੂ ਕਸ਼ਮੀਰ ਆਦਿ ਇਹ ਪਹਾੜੀ ਇਲਾਕਾ, ਇਧਰ ਵੀ ਨਾਨਕ ਜੀ ਨੇ ਬੜੀ ਕਿਰਪਾ ਕੀਤੀ ਹੈ। ਇਸ ਪਾਸਿਓਂ ਵੀ ਸੰਗਤ ਸਾਰੀ ਸ਼੍ਰੀ ਅਨੰਦਪੁਰ ਸਾਹਿਬ ਆਉਣ ਲੱਗੇ ਜੀ। ਭਾਈ ਸਾਹਿਬ ਜੀ ਕਹਿੰਦੇ ਮੈਂ ਕਿੱਥੋਂ ਤੱਕ ਦੱਸਾਂ ਕਿ ਕਿਹੜਿਆਂ ਕਿਹੜਿਆਂ ਦੇਸ਼ਾਂ ਤੇ ਨਗਰਾਂ ਦੀਆਂ ਸੰਗਤਾਂ ਪਹੁੰਚ ਰਹੀਆਂ ਹਨ। ਇਉਂ 10ਵੇਂ ਪਾਤਸ਼ਾਹ ਜੀ ਦੀਆਂ ਸਿਫਤਾਂ ਹੋ ਰਹੀਆਂ ਹੈ। ਜਿਹੜਾ ਸੁਣਦਾ ਹੈ ਗੁਰੂ ਪਿਆਰਿਓ ਉਹ ਅੱਗੇ 10 ਗੁਣਾ ਜਸ ਕਰਦਾ ਹੈ। ਔਰ ਜਦੋਂ ਕਿਸੇ ਦੇ ਸੁਣ ਸੁਣ ਕੇ ਸਿਫਤ ਸਤਿਗੁਰਾਂ ਦੀ ਫਿਰ ਮਿਲਣ ਦੀ ਦਰਸ਼ਨਾਂ ਦੀ ਇੱਛਾ ਪੈਦਾ ਹੁੰਦੀ ਹੈ, ਫਿਰ ਉਹ ਨਵੀਆਂ ਸੰਗਤਾਂ ਵੀ ਆਉਂਦੀਆਂ। ਇਉਂ ਜਥਾ ਸ਼ਕਤ ਭੇਟਾਵਾਂ ਆਪਣੇ ਵਿੱਤ ਮੁਤਾਬਕ ਵੱਧ ਤੋਂ ਵੱਧ ਸ਼ਕਤਾਂ ਭੇਟਾਵਾਂ। ਕੁਝ ਮਾਇਆ ਵੱਟੇ ਸ਼ਾਸਤਰ ਖਰੀਦ ਕੇ ਲਿਆਉਂਦੇ ਆ। ਜਿਸ ਕੋਲੇ ਬਹੁਤੀ ਮਾਇਆ ਉਹ ਘੋੜੇ ਵੀ ਖਰੀਦ ਲੈਂਦੇ, ਕਿਉਂਕਿ ਪਾਤਸ਼ਾਹ ਦਾ ਹੁਕਮ ਸੀਗਾ ਕਿ ਆਉਣ ਵਾਲਾ ਸਮਾਂ ਜੰਗਾਂ ਦਾ ਆ ਰਿਹਾ, ਸਾਨੂੰ ਵਧੀਆ ਨੌਜਵਾਨ ਫੌਜ ਵਿੱਚ ਚਾਹੀਦੇ ਆ, ਸ਼ਾਸਤਰ ਤੇ ਘੋੜੇ ਚਾਹੀਦੇ ਆ। ਹੁਣ ਪੈਸਾ ਕਿਤੇ ਹੋਰ ਲਾਉਣ ਦੀ ਬਜਾਏ ਇਹ 3 ਚੀਜ਼ਾਂ ਲੈ ਕੇ ਆਓ। ਇਉਂ ਗੁਰੂ ਪਿਆਰਿਓ ਇਸ ਹੋਲੇ ਮਹੱਲੇ ਨੂੰ ਮਨਾਉਣ ਵਾਸਤੇ ਸਿੱਖ ਸੰਗਤਾਂ ਆਪਣੇ ਘਰਾਂ ਤੋਂ ਚੱਲੀਆਂ ਸ਼੍ਰੀ ਅਨੰਦਪੁਰ ਸਾਹਿਬ ਨੂੰ। ਅਨੰਦਪੁਰੀ ਜਿਹੜੀ ਹੈ ਆਨੰਦਾਂ ਨਾਲ ਭਰ ਗਈ ਹੈ। ਪਹਿਲਾਂ ਹੀ ਬਹੁਤ ਸੁੰਦਰ ਰਮਣੀਕ ਇਲਾਕਾ ਹੈ ਤੇ ਸੰਗਤਾਂ ਦੀਆਂ ਰੰਗ ਬਰੰਗੀਆਂ ਦਸਤਾਰਾਂ ਤੇ ਸੰਗਤਾਂ ਦਾ ਇਕੱਠ ਸ਼ਹਿਬਰਾਂ ਮਾਰਦਾ ਹੈ।
ਆਨੰਦ ਹੀ ਵਰਤ ਰਿਹਾ ਹੈ। ਸ਼ਬਦ ਕੀਰਤਨ ਕੀਰਤਨ ਉਠੇ ਜਨਿਕ ਸੰਗ ਕਨ ਅੰਮ੍ਰਿਤ ਉਠੇ। ਔਰ ਗੁਰੂ ਪਿਆਰਿਓ ਲਗਾਤਾਰ 24 ਘੰਟੇ ਸ਼ਬਦ ਕੀਰਤਨ ਚੱਲਣ ਲੱਗਿਆ। ਹੋਤ ਕਲਾਹਲ ਜੈ ਜੈਕਾਰੋ ਬਜਤ ਮਿਰਦੰਗਰ ਬਾਬੋ ਦਾਰੋ। ਮਾਨੋ ਫੱਗਣ ਵਿੱਚ ਮੀਂਹ ਪੈਂਦਾ ਹੈ ਤੇ ਦੂਸਰਾ ਇਸ ਹੋਲੇ ਮਹੱਲੇ ਦੇ ਉੱਤੇ ਅੰਮ੍ਰਿਤ ਦਾ ਮੀਂਹ ਵਰਸ ਰਿਹਾ, ਭਾਵ ਗੁਰਬਾਣੀ ਦਾ ਕੀਰਤਨ ਹੋਣ ਲੱਗਿਆ ਹੈ ਜੀ। ਤਾਰ ਸਿਤਾਰ ਤੁਤਾਰ ਸਰਿੰਦਾ ਬਜੇ ਤਾਲ ਮਿਲਦੀ ਤਨੰਦਾ। ਔਰ ਇਹ ਸਾਜ਼ ਜੋ ਪਹਿਲਾਂ ਸਿੱਖਾਂ ਦੇ ਕੋਲ ਹੁੰਦੇ ਸਨ, ਸਿਤਾਰ ਹੋਈ 4 ਤਾਰਾਂ ਵਾਲੀ, 2 ਤਾਰਾਂ ਵਾਲਾ, ਸਿਰੰਦਾ ਹੋਇਆ ਆਦਿ, ਇਹਨਾਂ ਸਾਜ਼ਾਂ ਨੂੰ ਮਿਲਾ ਕਰਕੇ ਗੁਰੂ ਘਰਾਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਕੀਰਤਨ ਹੋਣ ਲੱਗਿਆ। ਸ੍ਰੀ ਗੁਰੂ ਤੇਗ ਬਹਾਦਰ ਕੀ ਰਾਜ ਸ਼ੋਭਤ ਦਰਬਾਰ ਵਡੇਰਾ। ਜਿਸ ਥਾਂ ਤੇ ਤੇਗ ਬਹਾਦਰ ਜੀ ਨੇ ਮੋਹਰੀ ਗੱਡੀ ਹੈ, ਭਾਵ ਜਿੱਥੇ ਤੇਗ ਬਹਾਦਰ ਜੀ ਆ ਕੇ ਬੈਠੇ ਹਨ, ਉਹ ਅਨੰਦਪੁਰ ਸਾਹਿਬ ਵਾਲੇ ਗੁਰੂ ਘਰ ਤੋਂ ਕੋਈ ਕਿਲੋਮੀਟਰ ਪਰਾਂ ਨੂੰ ਬਾਜ਼ਾਰ ਦੇ ਵਿੱਚ ਦੀ ਲੰਘ ਕੇ ਆਉਂਦਾ ਹੈ। ਸਾਰੀਆਂ ਸੰਗਤਾਂ ਉੱਥੇ ਪਹੁੰਚ ਕੇ ਨਮਸਕਾਰਾਂ ਕਰਦੀਆਂ। ਸੰਗਤ ਕੋ ਮੇਲੁਦਾਰਾ ਗਾਵੇ ਨਟ ਸਾਰੰਗ ਬਲਾਰਾ। ਔਰ ਇਹ ਰਾਗਾਂ ਦੇ ਵਿੱਚ ਬਾਣੀ ਗਾਈ ਜਾਂਦੀ ਹੈ। ਨਟ ਰਾਗ ਹੈ, ਸਾਰੰਗ ਰਾਗ ਹੈ, ਮਲਾਰ ਰਾਗ ਹੈ। ਇਹ ਬਸੰਤ ਦੇ ਰਾਗਾਂ ਨਾਲ ਮਿਲਦੇ ਹੋਏ ਖੁਸ਼ੀ ਦੇ ਰਾਗ ਹਨ। ਇਹਨਾਂ ਵਿੱਚ ਕੀਰਤਨ ਹੋ ਰਿਹਾ ਹੈ। ਜੈ ਸ੍ਰੀ ਸ੍ਰੀ ਰਾਗ ਕਮਾਰ ਬੌੜੀ ਮਾਝ ਵਿਪਾਸ ਬਹਾਰ। ਇਹ ਜਿਤਨੇ ਰਾਗ ਬਾਣੀ ਵਿੱਚ ਵਿਰਾਜਮਾਨ ਹਨ, ਸਾਰੇ ਭਾਈ ਸਾਹਿਬ ਨੇ ਇੱਥੇ ਨੋਟ ਕਰਾਏ ਹੈ। ਜੈ ਸ੍ਰੀ ਸ੍ਰੀ ਰਾਗ ਸੂਹੀ ਸੋਰਠ ਦੇਵ ਗੰਧਾਰ ਆਸਾ ਰਾਮ ਕਲੀ ਬੈਰਾਰ। ਗੌੜੀ ਮਾਝ ਵਿਭਾਸ ਇਹ ਬਹਾਰ ਦੇ ਰਾਗ ਹੈ। ਸੂਹੀ ਰਾਗ ਸੋਰਠ ਰਾਗ ਦੇਵ ਗੰਧਾਰ, ਆਸਾ ਰਾਮ ਕਲੀ ਤੇ ਇਹ ਬੈਰਾੜੀ ਰਾਗ ਜਿਹੜੇ ਹਨ। ਲਲਤ ਬਿਲਾਵਲ ਜੈ ਜੈਵੰਤੀ ਗੁਜਰੀ ਅਰ ਕੇ ਮਾਚ ਤਨਵੰਤੀ। ਔਰ ਲਲਿਤ ਰਾਗ ਲਲਿਤ ਬਿਲਾਵਲ ਗਾਵਹੀ, ਇੱਕ ਬਿਲਾਵਲ ਦੇ ਵਿੱਚੋਂ ਅੱਗੇ ਹੋਰ ਛੋਟੀਆਂ ਜਿਹੜੀਆਂ ਰਾਗ ਨਿਕਲੇ ਉਹ ਲਲਿਤ ਬੱਚੇ ਕਹਿ ਦਿੰਦੇ ਆ, ਰਾਗਾਂ ਦੇ ਬੱਚੇ। ਜਿਵੇਂ ਰਾਗਮਾਲਾ ਦੇ ਵਿੱਚ ਵੀ ਗੁਰੂ ਪਿਆਰੋ ਇਸੇ ਤਰ੍ਹਾਂ ਇੱਕ ਇੱਕ ਰਾਗ ਦੇ 8-8 ਪੁੱਤਰ ਤੇ 5-5 ਇਸਤਰੀਆਂ ਹਨ, ਭਾਵ ਉਹਨਾਂ ਚੋਂ ਨਿਕਲੀਆਂ 5 ਰਾਗਣੀਆਂ ਤੇ 8 ਛੋਟੇ ਰਾਗ। ਇਸ ਤਰ੍ਹਾਂ 48 ਬਣਦੇ ਹਨ ਉਹਦੇ ਵਿੱਚ ਜੋ ਲਿਖਣੇ ਕੀਤੇ ਹਨ ਪਾਤਸ਼ਾਹ ਜੀ ਨੇ। ਖੈਰ ਮਨੋਵਿਰਤੀਆਂ ਉੱਥੇ ਰੱਖੀਏ। ਲਲਿਤ ਬਿਲਾਵਲ ਜੈ ਜੈਵੰਤੀ ਗੁਜਰੀ ਅਰ ਧਨਵੰਤੀ ਕਮਾਚ ਰਾਗ ਆਦੇ। ਦੀਪਕ ਭੈਰੋ ਸੁਭ ਹੰਡੋਲ ਕਾਵਤ ਪਰਜ ਤੇ ਲੰਗ ਕਲੋਲ। ਦੀਪਕ ਭੈਰੋ ਹੰਡੋਲ ਰਾਗ ਅਤੇ ਤਲੰਗ ਰਾਗ, ਇਹਨਾਂ ਨੂੰ ਮਿਲਾ ਕੇ ਰਾਗੀਆਂ ਦੇ ਜਿਹੜੇ ਬਚਨ ਮੁਖ ਵਿੱਚੋਂ ਨਿਕਲਦੇ ਹੈ, ਜਿਵੇਂ ਪੰਛੀ ਕਲੋਲਾਂ ਕਰਦੇ ਆ ਬਸੰਤ ਵਿੱਚ, ਇਉਂ ਫਿਰ ਉਹਨਾਂ ਦੇ ਮੁਖ ਚੋਂ ਬਚਨ ਚੱਲਦੇ ਆ ਗੁਰਬਾਣੀ ਦੇ। ਰਾਗਾਂ ਵਿੱਚ ਸਭ ਨੂੰ ਮੋਹ ਲੈਣ ਵਾਲੇ ਮਾਨੋ ਫੁੱਲ ਕਿਰਦੇ ਆ, ਮਾਨੋ ਅਮਰ ਦਾ ਮੀਂਹ ਵਰਸਦਾ ਹੈ ਜੀ। ਮਾਲ ਕੌਸ ਕਲਿਆਣ ਕਿਦਾਰਾ ਗੌਣ ਦੁਖਾਰੀ ਮੇਘ ਉਦਾਰਾ। ਮਾਲ ਕੌਸ ਕਲਿਆਣ ਰਾਗ ਕਿਦਾਰਾ, ਰਾਗ ਗੌਣ ਤੁਖਾਰੀ ਤੇ ਮੇਘ ਭਾਵ ਮਲਾਰ ਰਾਗ। ਮਾਲ ਸ੍ਰੀ ਸੋ ਬਸੰਤ ਬਿਹਾਗ ਅਰ ਰਗ ਸੁਗੁਰ ਕੀ ਰਾਗ ਅਨਰਾਗ। ਮਾਲ ਸ੍ਰੀ ਬਸੰਤ ਅਤੇ ਹੋਰ ਅਨੇਕਾਂ ਰਾਗਾਂ ਦੇ ਵਿੱਚ 10ਵੇਂ ਪਾਤਸ਼ਾਹ ਜੀ ਦੇ 10ਮ ਗ੍ਰੰਥ ਵਿੱਚ ਤਾਂ ਏਦੋਂ ਵੀ ਜ਼ਿਆਦਾ ਰਾਗ ਹੈ ਜਿਹੜੇ ਉਹਨਾਂ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਜਿਵੇਂ ਜਾਪ ਸਾਹਿਬ ਦੇ ਵਿੱਚ ਭੁਜੰਗ ਪ੍ਰਿਆਤ ਛੰਦ, ਇਹ ਛੰਦ ਨੂੰ ਕਿਵੇਂ ਗਾਉਣਾ ਹੈ? ਜਿਵੇਂ ਸੱਪ ਏਦਾਂ ਚੱਲਦਾ ਲਗਾਤਾਰ, ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ। ਇਹ ਰਾਗਾਂ ਨੂੰ ਗਾਉਣ ਦਾ ਢੰਗ ਹੈ। ਜਦੋਂ ਬਾਣੀ ਨੂੰ ਸਹੀ ਰਾਗ ਦੇ ਨਾਲ ਗਾਇਆ ਜਾਵੇ ਤਾਂ ਇਹਦਾ ਜਿਹੜਾ 100 ਗੁਣਾ ਸਵਾਦ ਹੈ, ਆਨੰਦ ਹੈ, ਰਸ ਹੈ, ਉਹ ਵੱਧ ਜਾਂਦਾ ਹੈ। ਗੁਰੂ ਪਿਆਰਿਓ ਤੋਂ ਮੇਰੇ ਪ੍ਰੀਤਮ ਜੀ ਨੇ ਇਹਨਾਂ ਰਾਗਾਂ ਦੇ ਵਿੱਚ 24 ਘੰਟੇ ਰਾਗਾਂ ਦਾ ਸਮਾਂ ਹੁੰਦਾ ਹੈ। ਜਿਵੇਂ ਆਸਾ ਦੀ ਵਾਰ ਦਾ ਸਮਾਂ ਸਵੇਰ ਦਾ ਹੀ ਹੈ, ਦਿਨ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਦਾ। ਸੋ ਰਾਗਾਂ ਦਾ ਸਮਾਂ ਹੁੰਦਾ ਹੈ। 24 ਘੰਟਿਆਂ ਵਿੱਚ ਜਿਹੜੇ ਰਾਗ ਦਾ ਸਮਾਂ ਆਉਂਦਾ ਉਸੇ ਰਾਗ ਦੇ ਵਿੱਚ ਕੀਰਤਨ ਆਨੰਦਪੁਰੀ ਵਿੱਚ ਹੋਣ ਲੱਗਿਆ। ਗੁਣੀ ਜੋ ਗੁਣੀ ਹਨ ਜਿਹੜੇ ਇਸ ਗੁਣ ਨੂੰ ਰੱਖਦੇ ਆ, ਜੋ ਰਾਗਾਂ ਦੀ ਤਸੀਲ ਨੂੰ ਜਾਣਦੇ ਆ, ਕਿਹੜਾ ਰਾਗ ਕਦੋਂ ਗਾਉਣਾ ਹੈ, ਉਹ ਮਿਲ ਮਿਲ ਕੇ ਫਿਰ ਰਾਗ ਗਾਉਂਦੇ ਹਨ। ਜਿਵੇਂ ਪੁਰਾਣੇ ਸਮਿਆਂ ਵਿੱਚ ਰਾਗਾਂ ਵਿੱਚ ਕੀਰਤਨ ਕਰਦੇ ਸੀ ਨਾ, ਆਮ ਜਨਤਾ ਕਈ ਵਾਰੀ ਕਹਿੰਦੀ ਵੀ ਐਦਾਂ ਹੇ ਹੋ ਉੱਚੀ ਉੱਚੀ ਕਿਉਂ ਕਰਦੇ ਆ। ਅਸਲ ਵਿੱਚ ਉਹ ਰਾਗ ਦੀਆਂ ਲਾਇਆ ਹੁੰਦੀਆਂ, ਉਹ ਪੁਰਾਣੇ ਰਾਗੀ ਸੂਰਮੇ ਕੱਢਿਆ ਕਰਦੇ ਸਨ। ਸੰਤ ਸੁੱਚਾ ਸਿੰਘ ਜਵੱਦੀ ਟਕਸਾਲ ਵਾਲਿਆਂ ਨੇ ਬੜੀ ਮਿਹਨਤ ਕੀਤੀ, ਕੋਸ਼ਿਸ਼ ਕੀਤੀ। ਗੁਰੂ ਪਿਆਰਿਓ ਉਹਨਾਂ ਨੇ ਫਿਰ ਇਹ ਰਾਗਾਂ ਦੇ ਬਹੁਤ ਸਾਰੇ ਸਮਾਗਮ ਥਾਂ ਥਾਂ ਤੇ ਜਾ ਕੇ ਕੀਤੇ
ਤੇ ਪੁਰਾਣੇ ਬਜ਼ੁਰਗ ਰਾਗੀ ਲੱਭੇ ਜਿਹੜੇ ਰਾਗਾਂ ਨੂੰ ਗਾਉਣ ਜਾਣਦੇ ਸਨ, ਤੇ ਉਹਨਾਂ ਦੇ ਕੋਲੋਂ ਫਿਰ ਨਵੇਂ ਰਾਗੀਆਂ ਵਾਸਤੇ ਕੈਸਟਾਂ ਕਰਵਾਤੀਆਂ ਕਿ ਇਹ ਰਾਗਾਂ ਦੀ ਅਸਲੀ ਕਿਸਮ ਹੈ, ਇੱਦਾਂ ਗਾਇਆ ਕਰੋ। ਤੇ ਉਹਨਾਂ ਨੇ 5 ਪਿਆਰਿਆਂ ਦੇ ਥਾਵਾਂ ਤੇ 15 ਭਗਤਾਂ ਦੇ ਅਸਥਾਨਾਂ ਤੇ ਜਾ ਕੇ ਨਾਲੇ ਉਹਨਾਂ ਲੋਕਾਂ ਨੂੰ ਦੱਸਿਆ ਵੀ ਆਹ ਭਗਤ ਤੁਹਾਡੇ ਇਲਾਕੇ ਦੇ ਨਾ, ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਵਿਰਾਜਮਾਨ ਹੈ। 5 ਪਿਆਰਿਆਂ ਦੇ ਇਲਾਕਿਆਂ ਵਿੱਚ ਇਹ ਚੀਜ਼ ਦਾ ਪ੍ਰਚਾਰ ਕੀਤਾ ਵੀ ਇਹ ਭਗਤ ਤੁਹਾਡੇ ਇਲਾਕੇ ਦੇ ਬਿਦਰ ਦੇ ਵਿੱਚੋਂ ਇੱਕ ਸਿੱਖ ਆਇਆ। ਤਾਂ ਭਾਈ ਦਇਆ ਸਿੰਘ ਜੀ ਲਾਹੌਰ ਤੋਂ ਆਏ। ਇਸੇ ਤਰ੍ਹਾਂ ਜਿੱਥੋਂ ਜਿੱਥੋਂ ਇਹ ਸਾਰੇ ਆਏ ਸਨ ਭਗਤ ਤੇ 5 ਪਿਆਰੇ ਤੇ ਹੋਰ ਸਿੱਖ, ਉਹਨਾਂ ਦੇ ਇਲਾਕਿਆਂ ਵੀ ਸੰਤ ਸੁੱਚਾ ਸਿੰਘ ਜਵੱਦੀ ਟਕਸਾਲ ਲੁਧਿਆਣੇ ਵਾਲਿਆਂ ਨੇ ਥਾਂ ਥਾਂ ਤੇ ਜਾ ਕੇ ਚੀਜ਼ ਦਾ ਪ੍ਰਚਾਰ ਕੀਤਾ। ਖੈਰ ਇਸ ਤਰ੍ਹਾਂ 24 ਘੰਟੇ ਕੀਰਤਨ ਹੋਣ ਲੱਗਿਆ। ਔਰ ਜਥਿਆਂ ਵਿੱਚ ਵੀ ਰਾਗੀ ਆਏ ਨ, ਔਰ ਖਿੰਡੇ ਹੋਏ ਸਾਰੇ ਪਹਾੜੀਆਂ ਦੇ ਵਿੱਚ ਬੈਠੇ ਐ, ਔਰ ਜਥਿਆਂ ਦੇ ਰੂਪ 'ਚ ਬੈਠੇ ਆਪੋ ਆਪਣਾ ਵੀ ਆਨੰਦ ਕੀਰਤਨ ਨਾਲ ਮਾਣ ਰਹੇ ਐ। ਔਰ ਬਹੁਤ ਸਾਰੀ ਸੰਗਤ ਜਿਹੜੀ ਹੈ ਇਸ ਹੋਲੇ ਮਹੱਲੇ ਤੇ ਇਕੱਠੀ ਹੋਈ ਹੈ, ਧੁਨੀਆਂ ਵੱਜ ਰਹੀਆਂ ਹਨ। ਇਹੋ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਸਿੱਖ ਸੰਗਤਾਂ ਦੀ ਭੀੜ ਸ਼੍ਰੀ ਅਨੰਦਪੁਰ ਸਾਹਿਬ ਬਹੁਤ ਹੋ ਗਈ ਹੈ। ਕੋਲਾਹਲ ਹੁੰਦਾ ਰੌਲਾ, ਪਰ ਇੱਥੇ ਰੌਲਾ ਜਿਹੜਾ ਹੈ ਆਨੰਦ ਦਾ ਭਾਵ। ਆਨੰਦ ਦੇ ਵਿੱਚ ਸੰਗਤਾਂ ਮਿਲ ਰਹੀਆਂ, ਇੱਕ ਦੂਜੇ ਨੂੰ ਗਲਵੱਕੜੀ ਚ ਲੈਂਦੀਆਂ ਹਨ। ਫਤਿਹ ਆਪਣਾ ਫਤਿਹ ਉਦੋਂ ਬਾਅਦ ਚੱਲੀ ਹੈ ਹਜੇ ਅੱਗੇ ਚੱਲ ਕੇ, ਇੱਕ ਦੂਜੇ ਨੂੰ ਬੜੇ ਸਤਿਕਾਰ ਨਾਲ ਮਿਲਦੀਆਂ। ਰੌਲਾ ਪੈ ਰਿਹਾ ਕਿਧਰੇ ਕੀਰਤਨ ਦੀਆਂ ਧੁਨਾਂ ਦਾ, ਕਿਧਰੇ ਗੁਰੂ ਪਿਆਰੋ ਜਥੇ ਟੋਲੀਆਂ ਢੋਲਕੀ ਦੇ ਨਾਲ ਬਾਜੇ ਦੇ ਨਾਲ ਸ਼ਬਦ ਗਾਉਂਦੀਆਂ ਹੁੰਦੀਆਂ ਆ ਰਹੀਆਂ ਹਨ। ਇਸ ਤਰ੍ਹਾਂ ਬੜਾ ਰੌਲਾ ਪਿਆ ਰਿਹਾ ਹੈ। ਔਰ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ, ਇੱਕ ਦੂਜੇ ਨੂੰ ਬੜੇ ਹਿੱਤ ਪਿਆਰ ਨਾਲ ਮਿਲਣਾ ਕਰਦੀਆਂ, ਇੱਕ ਦੂਜੇ ਦੀ ਸੁੱਖ ਸਾਂਦ ਵੀ ਪੁੱਛਦੀਆਂ ਹਨ। ਅਸਲ ਵਿੱਚ ਸਾਡਾ ਅਸਲੀ ਸੰਬੰਧ ਗੁਰ ਭਾਈ ਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਿੱਖ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੋਣਾ ਚਾਹੀਦਾ ਹੈ। ਜਦੋਂ ਸਿੱਖ ਨੂੰ ਅੱਗੋਂ ਸਿੱਖ ਮਿਲੇ ਤੇ ਸਾਨੂੰ ਗੱਜ ਕੇ ਫਤਿਹ ਬੁਲਾਉਣੀ ਚਾਹੀਦੀ ਹੈ, ਆਪਣਾ ਭਾਈ ਜਾਣ ਕੇ ਕਿ ਮੇਰੇ ਗੁਰੂ ਦਾ ਪੁੱਤਰ ਆ ਗਿਆ, ਦੂਸਰਾ ਜਿਹੜਾ ਮੇਰੇ ਸਾਹਮਣੇ ਆ ਰਿਹਾ ਹੈ, ਗੱਜ ਕੇ ਫਤਿਹ ਬੁਲਾਉਣੀ ਚਾਹੀਦੀ ਹੈ। ਖੁਸ਼ ਹੋਣਾ ਚਾਹੀਦਾ ਸਿੱਖ ਨੂੰ ਸਿੱਖ ਨਾਲ ਮਿਲ ਕੇ। ਤੇ ਪਾਤਸ਼ਾਹ ਕਹਿੰਦੇ ਜਿਹੜਾ ਪਹਿਲਾ ਫਤਿਹ ਬੁਲਾਵੇ ਉਹ ਤੇ ਮੈਂ ਬੜਾ ਖੁਸ਼ ਹਾਂ, ਉਹਦੇ ਵੱਲ ਮੇਰਾ ਮੁੱਖ ਹੈ। ਜਿਹੜਾ ਮਗਰੋਂ ਫਤਿਹ ਬੁਲਾਵੇ ਉਹਦੇ ਵੀ ਖੁਸ਼ ਹਾਂ, ਉਹਦੇ ਵੱਲ ਮੇਰਾ ਸੱਜਾ ਪਾਸਾ ਹੈ। ਸੱਜਾ ਪਾਸਾ ਵੱਡਿਆਂ ਦਾ, ਗੁਰੂ ਪਰਮੇਸ਼ਰ ਦਾ ਮੰਨਿਆ ਗਿਆ। ਇਸ ਕਰਕੇ ਕਹਿਣ ਲੱਗੇ ਜਿਹੜਾ ਨਹੀਂ ਬੁਲਾਉਂਦਾ ਭਾਈ ਉਹਦੇ ਮਗਰ ਮੇਰੀ ਪਿੱਠ ਹੈ। ਇਸ ਕਰਕੇ ਸਾਨੂੰ ਹੁਕਮ ਹੈ ਕਿ ਆਗੇ ਆਵਤ ਸਿੱਖ ਜੋ ਪਾਵੇ ਵਾਹਿਗੁਰੂ ਕੀ ਫਤਿਹ ਬੁਲਾਵੇ। ਤਾਂ ਮੇਰੇ ਪ੍ਰੀਤਮ ਜੀ ਨੂੰ ਇਸ ਤਰ੍ਹਾਂ ਆਨੰਦਪੁਰ ਦੇ ਵਿੱਚ ਸੰਗਤਾਂ ਇੱਕ ਦੂਜੇ ਨੂੰ ਫਤਿਹ ਗੁਜਾ ਰਹੀਆਂ, ਨਮਸਕਾਰਾਂ ਕਰ ਰਹੀਆਂ, ਗਲਵੱਕੜੀ ਲੈ ਕੇ ਮਿਲ ਰਹੀਆਂ, ਸੁੱਖ ਸਾਂਦ ਪੁੱਛਦੀਆਂ ਜੀ। ਔਰ ਸਿੱਖ ਸੰਗਤਾਂ ਦਾ ਮਨੋਰਥ ਹੈ ਇੱਕੋ ਇੱਕ, ਬਸੰਤ ਦੇ ਸਮੇਂ 'ਚ ਹੋਲਾ ਮਹੱਲਾ ਮਨਾਉਂਦੀਆਂ ਹੋਈਆਂ ਸੰਗਤਾਂ ਅੱਜ ਦਰਸ਼ਨਾਂ ਨੂੰ ਉਡੀਕ ਰਹੀਆਂ ਜੀ। ਕਿਧਰੇ ਜਥਾ ਬੈਠਾ ਨਿਤਨੇਮ ਕਰ ਰਿਹਾ, ਸੁਖਮਨੀ ਪੜ੍ਹ ਰਿਹਾ, ਕਿਧਰੇ ਬੈਠੇ ਆਪਸ ਵਿੱਚ ਬਾਣੀ ਦੇ ਵਿਚਾਰ ਵਟਾਂਦਰਾ ਅਰਥ ਵਿਚਾਰ ਕਰ ਰਹੇ ਹਨ। ਕੋਈ ਬੈਠਾ ਸੁਣ ਰਿਹਾ ਹੈ, ਕੋਈ ਗੁਰੂ ਪਿਆਰਿਓ ਬਾਣੀ ਨੂੰ ਆਪਣੇ ਜੀਵਨ ਵਿੱਚ ਢਾਲਣੀ ਕਰਦਾ ਹੈ, ਕਮਾਉਣੀ ਕਰਦਾ ਹੈ, ਤੇ ਕੋਈ ਸਤਨਾਮ ਦਾ ਸਿਮਰਨ ਕਰਦਾ ਹੈ ਜੀ। ਕੋਈ ਅਰਥਾਂ ਦੇ ਨਾਲ ਬਾਣੀ ਦੇ ਪਾਠ ਵੀ ਕਰਦੇ ਆ ਤੇ ਬੈਠ ਕੇ ਜਥੇ ਇਕੱਠੇ ਵਿਚਾਰਾਂ ਵੀ ਕਰਦੇ ਆ। ਇਹ ਕੰਮ ਆਪਾਂ ਨੂੰ ਕਰਨਾ ਚਾਹੀਦਾ। ਟਿਊਸ਼ਨ ਵਰਗਾ ਕੰਮ ਹੈ, ਸਿੱਖੀ ਦੇ ਵਿੱਚ ਟਿਊਸ਼ਨ ਵਰਗਾ ਕੰਮ ਹੋਣਾ ਚਾਹੀਦਾ। 10-20 ਇੱਥੇ ਇਕੱਠੇ ਹੋ ਜਾਈਏ, ਉੱਥੇ ਬੈਠ ਕੇ ਗੁਰੂ ਦੀਆਂ ਗੱਲਾਂ ਤੇ ਇਤਿਹਾਸ ਦੀਆਂ, ਗੁਰਬਾਣੀ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ। ਜਿਹੜੇ ਇੱਥੇ ਸੁਣ ਕੇ ਜਾਓ, ਅੱਗੇ ਵੀ ਜਿੱਥੇ ਕਿ 4 ਬੰਦਿਆਂ 'ਚ ਬਹਿੰਦੇ ਹੋ, ਇਕੱਠ 'ਚ ਬਹਿੰਦੇ ਹੋ, ਤੇ ਉੱਥੇ ਸਾਨੂੰ ਗੁਰੂ ਦੀ ਗੱਲ ਸਾਂਝੀ ਕਰਨੀ ਚਾਹੀਦੀ ਆ। ਇਸ ਤਰ੍ਹਾਂ ਸਿੱਖ ਸੰਗਤਾਂ ਜਿਹੜੀਆਂ ਹਨ ਬੈਠ ਕੇ ਬਾਣੀ ਪੜ੍ਹਦੀਆਂ,
ਔਰ ਗੁਰੂ ਦਾ ਜਸ ਕਰਦੀਆਂ ਹਨ। ਰੰਗ ਸੰਗਤ ਮੈਂ ਹੋਤ ਕਰ ਕਰ ਪੰਗਤ ਅਨੰਦ ਅਦੂਤ। ਬਸ ਪੁੱਛੋ ਹੀ ਨਾ, ਬਸੰਤ ਕੀ ਵਾਰ ਮਹੱਲ ਪੰਜਵਾ, ਇਹਦਾ ਰੰਗ ਲੱਗਿਆ ਹੋਇਆ ਹੈ। ਬਸੰਤ ਵਿੱਚ ਦੁਨੀਆ ਹੋਲੀ ਖੇਡਦੀ ਆ, ਖਾਲਸਾ ਹੋਲਾ ਮਹੱਲਾ ਖੇਡਦਾ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਆਨੰਦਪੁਰੀ ਵਿੱਚ ਬੜਾ ਆਨੰਦ ਬਰਸ ਰਿਹਾ ਹੈ ਜੀ। ਕਰੇ ਤਿਹਾਵਲ ਬਹੁਤਨ ਕੀਰਾ, ਗੁਰੂ ਰਵਿਦਾਸ ਚਿਰਤਿ ਸਬੀਰਾ। ਔਰ ਦੋਨੇ ਟਾਈਮ ਕੜਾ ਪ੍ਰਸ਼ਾਦ ਬਣਦਾ ਹੈ। ਅਰਦਾਸ ਬੇਨਤੀ ਕਰਕੇ ਸੰਗਤਾਂ ਨੂੰ ਛਕਾਇਆ ਜਾਂਦਾ ਹੈ ਜੀ। ਸਿੱਖ ਜੋਰ ਕਰ ਹੋਈ ਸਮਦਾਈ, ਇੱਕ ਸਮ ਬਾਟ ਵੰਡ ਕਰ ਖਾਈ। ਔਰ ਸਿੱਖ ਬੈਠ ਕੇ ਉਹ ਪ੍ਰਸ਼ਾਦ ਸਾਰਿਆਂ ਵਿੱਚ ਵੰਡ ਕੇ ਛਕਣਾ ਕਰਦੇ ਹਨ। ਕਹੂੰ ਪੁਰਾਣ ਕੀ ਹੋਈ ਕਥਾ, ਪ੍ਰਥਮ ਪਟਨ ਕੀ ਰਨ ਬੀਜਥਾ। ਹੁਣ ਇੱਥੇ ਬ੍ਰਾਹਮਣ ਵੀ ਹਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਰੱਖਿਆ ਹੋਇਆ। ਉਹ ਬੈਠੇ ਭਾਈ ਆਪਣੇ ਵੇਦਾਂ ਪੁਰਾਣਾਂ ਦੀਆਂ ਵਿਚਾਰਾਂ ਵੀ ਸਾਂਝੀਆਂ ਕਰਦੇ ਹਨ। ਔਰ ਪ੍ਰਥਮ ਭਟਨ ਕੇ ਰਣ ਤੇ ਜਥਾ। ਤੇ ਕਈ ਲੋਕ ਪਿਛਲੇ ਜੰਗ ਯੁੱਧ, ਜਿਵੇਂ ਪੁਰਾਣਾਂ ਦੇ ਵਿੱਚ ਜੰਗ ਲਿਖੇ ਹੋਏ ਨੇ, ਕ੍ਰਿਸ਼ਨ ਜੀ ਦਾ ਜੰਗ, ਹੋਰ ਅਨੇਕਾਂ ਜਿਹੜੇ 24 ਅਵਤਾਰ ਹੋਏ ਪਹਿਲਾਂ, ਉਹਨਾਂ ਦੇ ਸਮਿਆਂ ਤੇ ਜਿਹੜੇ ਜੰਗ ਹੋਏ ਸਾਰੇ, ਉਹ ਜਾਂ ਤਾਂ ਉਹਨਾਂ ਦੇ ਵੇਦਾਂ ਪੁਰਾਣਾਂ 'ਚ ਲਿਖੇ ਹੋਏ ਆ, ਤੇ ਜਾਂ ਫਿਰ 10ਵੇਂ ਪਾਤਸ਼ਾਹ ਜੀ ਨੇ ਉਹਦਾ ਉਲਥਾ ਕਰਕੇ ਦਸਮ ਗ੍ਰੰਥ ਵਿੱਚ ਲਿਖੇ ਹੋਏ ਆ। ਇਸ ਕਰਕੇ ਦਸਮ ਗ੍ਰੰਥ ਸਾਡੇ ਵਾਸਤੇ ਬੜਾ ਜ਼ਰੂਰੀ ਹੈ। ਮਾਨੋ ਸਾਡੀ MBD ਹੈ। ਬਹੁਤ ਸਾਰੇ ਸ਼ਬਦ ਗੁਰਬਾਣੀ ਵਿੱਚ ਟੂਕ ਮਾਤਰ ਲਿਖੇ ਹੈ, ਛੋਟੇ ਲਿਖਿਆ ਓਨਲੀ ਇਸ਼ਾਰਾ ਮਾਤਰ। ਜੇ ਉਸ ਨੂੰ ਖੋਲ੍ਹਣਾ ਹੋਵੇ ਪੂਰਾ, ਤੇ ਉਹਦੀ ਪੂਰੀ ਸਾਖੀ, ਪੂਰੀ ਕਹਾਣੀ ਸਾਨੂੰ ਦਸਮ ਗ੍ਰੰਥ ਚੋਂ ਮਿਲੂਗੀ। ਕਹੋ ਸਤਨਾਮ। ਤੇ ਜਾਂ ਫਿਰ ਹਿੰਦੂ ਮਤ ਦੇ ਵੇਦਾਂ ਪੁਰਾਣਾਂ ਦੇ ਵਿੱਚੋਂ ਮਿਲੇਗੀ। ਤਾਂ ਬਹੁਤ ਸਾਰੇ ਬ੍ਰਾਹਮਣ ਜਿਹੜੇ ਹਨ ਉੱਥੇ ਰੁਕੇ ਹੋਏ, ਉਹ ਵੇਦਾਂ ਪੁਰਾਣਾਂ ਦੀਆਂ ਗੱਲਾਂ, ਕੁਸ਼ੇਤਰ ਦੇ ਜੰਗ ਦੀਆਂ ਗੱਲਾਂ ਆਦਿ ਇਹ ਵੀ ਵਿਚਾਰਾਂ ਕਰਦੇ ਹਨ। ਗੁਰੂ ਪਿਆਰਿਓ, ਕਿਧਰੇ ਕਵੀ ਜਿਹੜੇ ਆਏ ਹੋਏ ਐ, ਉਹ ਸੰਗਤਾਂ ਦਾ ਮਨੋਰੰਜਨ ਕਵਿਤਾਵਾਂ ਨਾਲ ਕਰਦੇ ਆ, ਜਿਨ੍ਹਾਂ ਕਵਿਤਾਵਾਂ ਵਿੱਚ ਗੁਰੂ ਜਸ ਹੈ। ਤੁਸੀਂ ਪਹਿਲਾਂ ਵਿਆਹਾਂ ਦੇ ਗੀਤ ਪੁਰਾਣੀਆਂ ਬੀਬੀਆਂ ਤੋਂ ਸੁਣਦੀਆਂ ਹੋਵੋਗੇ। ਅੱਜ ਵੀ ਬੀਬੀਆਂ ਨੱਚਦੀਆਂ ਵਿਆਹਾਂ ਦੇ ਵਿੱਚ ਗੀਤ ਗਾਉਂਦੀਆਂ, ਪਰ ਪਹਿਲਾਂ ਜਿਹੜੇ ਗੀਤ ਗਾਏ ਜਾਂਦੇ ਸੀ, ਮੈਂ ਥੋੜੇ ਜਿਹੇ ਸੁਣੇ ਆ ਛੋਟੇ ਹੁੰਦੇ ਆ, ਉਹਨਾਂ ਗੀਤਾਂ ਵਿੱਚ ਬਾਬੇ ਨਾਨਕ ਦਾ ਨਾਮ ਆਉਂਦਾ ਸੀ ਬਾਰ-ਬਾਰ। ਕਹੋ ਸਤਨਾਮ। ਭਾਵੋ ਗੀਤ ਬੜੇ ਹੀ ਸੁੰਦਰ ਔਰ ਗੁਰੂ ਨੂੰ ਯਾਦ ਕੀਤਾ ਜਾਂਦਾ ਸੀਗਾ। ਇਸ ਵੇਲੇ ਦੇ ਨਾਲ ਬਾਬਾ ਨਾਨਕ ਲੋਹੜੀ ਦਾ ਇੱਥੋਂ ਗੱਲ ਸ਼ੁਰੂ ਕਰਦੀਆਂ ਸੀ ਮਾਈਆਂ। ਖੈਰ, ਮਨੋਬਿਰਤੀਆਂ ਉੱਥੇ ਰੱਖੀਏ। ਕਵੀ ਲੋਕ ਜਿਹੜੇ ਹਨ, ਕਵਿਤਾਵਾਂ ਬਣਾ ਕੇ ਲਿਆਏ ਨੇ, ਜਿਨ੍ਹਾਂ ਵਿੱਚ ਗੁਰੂ ਦੀ ਸਿਫਤ ਕੀਤੀ ਹੋਈ ਹੈ, ਤੇ ਸੰਗਤਾਂ ਨੂੰ ਸੁਣਾਉਂਦੇ ਹਨ। ਇਸ ਤਰ੍ਹਾਂ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਣੀ ਲੋਹਾਰ ਰੱਖੇ ਹੋਏ ਆ। ਗੁਰਦੁਆਰਾ ਸਾਹਿਬ ਲੋਹਗੜ੍ਹ ਜਿਹੜਾ ਹੈ, ਉਸ ਥਾਂ ਤੇ ਲੋਹਾਰਾਂ ਦੀ ਡਿਊਟੀ ਲਾਈ ਗਈ। ਬਈ ਤੁਸੀਂ ਤਲਵਾਰਾਂ, ਬਰਸ਼ੇ, ਤੀਰ ਬਣਾ ਕੇ ਤਿਆਰ ਕਰਕੇ ਰੱਖੋ। ਉਹ ਸਿਗਲੀਗਰ ਲੋਕ ਜਿਹੜੇ ਅੱਜ ਵੀ ਸਿਗਲੀਗਰ ਕੇਸ ਰੱਖਦੇ ਐ, ਭਾਵੇਂ ਕੇਸਾਂ ਨਾਲ ਜਲਦੀ ਉਹਨਾਂ ਤੋਂ ਨਹਾਤਾ ਜਾਵੇ ਨਾ ਨਹਾਤਾ ਜਾਵੇ, ਪਰ ਬੱਚਿਆਂ ਦੇ ਤੇ ਆਪਣੇ ਕੇਸ ਨਹੀਂ ਕੱਟਦੇ। ਉਹ ਕੋਈ ਸਤਨਾਮ। ਉਹਨੂੰ ਪਤਾ ਕਿ ਸਾਨੂੰ ਗੁਰੂ ਕੋਲੋਂ ਇਹ ਮਰਜ਼ਾਦਾ ਮਿਲੀ ਹੈ, ਪਰ ਉਹ ਕੇਸ ਨਹੀਂ ਕੱਟਦੇ ਗਏ। ਅੱਜ ਵੀ ਉਹਨਾਂ ਸਿਗਲੀਗਰਾਂ ਨੂੰ ਸੰਭਾਲਣ ਦੀ ਲੋੜ ਹੈ, ਜਿਹੜੇ ਦੂਸਰੇ ਸੂਬਿਆਂ ਵਿੱਚ ਰਹਿੰਦੇ ਹਨ, ਤੇ ਦੱਸਦੇ ਆ ਕਿ ਉਹਨਾਂ ਦੇ ਉੱਤੇ ਵਧੀਕੀਆਂ ਵੀ, ਵਾਧਾ ਵੀ ਕੀਤਾ ਜਾਂਦਾ ਹੈ। ਉਹਨਾਂ ਨੂੰ ਕੇਸਾਂ ਤੋਂ ਦੂਰ ਕਰਨ ਵਾਸਤੇ, ਘੋਣ-ਮੋਣ ਕਰਨ ਵਾਸਤੇ, ਉਹਨਾਂ ਨੂੰ ਵਿੱਚ ਮਿਕਸ ਕਰਨ ਵਾਸਤੇ, ਬਈ ਇਹ ਵੀ ਹਿੰਦੂ ਹੀ ਆ। ਕਹੋ ਸਤਨਾਮ। ਪਰ ਉਹ ਕੋਸ਼ਿਸ਼ ਕਰ ਰਹੇ ਆਪਣੀ ਸਿੱਖੀ ਨੂੰ ਕਾਇਮ ਰੱਖਣ ਦੀ। ਉਹ ਆਪਣੇ ਕੇਸਾਂ ਨੂੰ ਨਹੀਂ ਕਟਾਉਂਦੇ। ਕਈ ਵਾਰੀ ਉਹਨਾਂ ਦੀਆਂ ਖਬਰਾਂ ਵੀ ਆਈਆਂ, ਬਈ ਸਾਡੀ ਮਦਦ ਕਰੋ, ਸਾਡੇ ਤੇ ਇਸ ਤਰ੍ਹਾਂ ਜਿਹੜਾ ਵਾਅਦਾ ਕੀਤਾ ਜਾਂਦਾ ਉਸ ਇਲਾਕੇ ਦੇ ਉਹਨਾਂ ਲੋਕਾਂ ਦੇ ਵੱਲੋਂ। ਖੈਰ, ਇਹ ਸਿਗਲੀਗਰ ਲੋਹਾਰ ਜਿਹੜੇ ਹਨ ਮੇਰੇ ਪ੍ਰੀਤਮ ਜੀ ਦੇ ਕੋਲ ਆਏ ਹੈ, ਤੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਕੀ ਕੁਝ ਬਣ ਰਿਹਾ ਹੈ। ਤੋਮਰ, ਤੀਰ, ਤੁਪਕ, ਬੰਦੂਕਾਂ, ਤੀਰ, ਤਲਵਾਰ, ਭਾਲੇ ਅਤੇ ਹੋਰ ਘੜ ਕੇ ਹਥਿਆਰ ਰੱਖੇ ਜਾ ਰਹੇ ਹੈ, ਜਿਸ ਦੇ ਬਾਰੇ ਸਤਿਗੁਰਾਂ ਨੇ ਆਉਣ ਵਾਲੇ ਸਮੇਂ ਬਾਰੇ ਦੱਸਣਾ ਕੀਤਾ ਹੈ ਤੇ ਬਣ ਰਹੇ ਹਨ। ਗੱਲ ਮੁਕਾਓ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਸਥਾਨ ਐਸਾ ਸਥਾਨ ਬਣ ਗਿਆ ਵੀ ਕੋਈ ਵੀ ਗੁਣ ਰੱਖਦਾ ਉਹ ਆ ਜਾਵੇ ਤੇ ਉਹ ਤੋਂ ਉਹੀ ਕੰਮ ਲਿਆ ਜਾਵੇਗਾ, ਉਹਨੂੰ ਮਿਹਨਤ ਵੀ ਦਿੱਤੀ ਜਾਵੇਗੀ। ਕਹੋ ਸਤਨਾਮ। ਚਾਹੇ ਕਵੀ ਆ ਗਏ, ਚਾਹੇ ਵੇਦਾਂ ਦੇ ਭਗਤੇ ਆ ਗਏ, ਉਹਨਾਂ ਤੋਂ ਸੰਸਕ੍ਰਿਤ ਵਿੱਚ ਲਿਖੇ ਹੋਏ ਵੇਦਾਂ ਨੂੰ ਗੁਰਮੁਖੀ ਵਿੱਚ ਕਰਵਾਇਆ ਗਿਆ ਤਾਂ ਕਿ ਸਿੱਖਾਂ ਨੂੰ ਲੋੜ ਪਵੇ ਤੇ ਉਹਨਾਂ ਨੂੰ ਪੜ੍ਹ ਕੇ ਸਮਝ ਸਕਣ। ਉਹ ਇਸ ਕਰਕੇ ਸਤਿਗੁਰਾਂ ਕੋਲੇ ਬੜੇ ਗੁਣੀ ਆ ਰਹੇ ਹੈ।
ਉਹਨਾਂ ਦੀ ਬੜੀ ਸਤਿਕਾਰ ਕੀਤਾ ਜਾ ਰਿਹਾ ਹੈ, ਉਹਨਾਂ ਤੋਂ ਸੇਵਾ ਵੀ ਲਈ ਜਾ ਰਹੀ ਹੈ, ਉਹਨਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਔਰ ਕਵੀ ਲੋਕ ਵਿਦਿਆ ਦੇ ਨਾਲ ਰਚਨਾ ਕਰਕੇ ਸਤਿਗੁਰਾਂ ਨੂੰ ਸਮਰਪਣ ਕਰਦੇ ਆ, ਅਰਪਣ ਕਰਦੇ ਆ, ਔਰ ਗੁਰੂ ਖੁਸ਼ ਹੁੰਦੇ ਹਨ। ਜਿਸ ਕਵੀ ਨੂੰ ਇੱਥੋਂ ਪ੍ਰਾਪਤੀ ਹੋ ਗਈ ਆ, ਕੁਝ ਮਿਲ ਗਈ ਆ ਦਾਤ, ਉਹਨੇ ਆਪਣੇ ਇਲਾਕੇ ਵਿੱਚ ਜਾ ਕੇ ਦੱਸਿਆ, ਉਹ ਗੁਰੂ ਗੋਬਿੰਦ ਸਿੰਘ ਬੜੀਆਂ ਦਾਤਾਂ ਬਣਦੇ ਆ, ਮਾਇਆ ਵੀ ਬਖਸ਼ਾਂ ਵੀ, ਤਾਂ ਉੱਥੋਂ ਸੁਣ ਕੇ ਹੋਰ ਵੀ ਆ ਜਾਂਦੇ ਹਨ। ਇਸ ਤਰ੍ਹਾਂ ਫੱਗਣ ਦਾ ਮਹੀਨਾ ਜਿਹੜਾ ਹੋਲੇ ਮਹੱਲੇ ਨੂੰ ਮਨਾਉਂਦੇ ਆ, ਜੋੜ ਮੇਲਾ ਕਰਦੇ ਆ, ਬਤੀਤ ਹੋਇਆ ਜੀ। ਔਰ ਸਤਿਗੁਰਾਂ ਦਾ ਹੋਲੇ ਮਹੱਲੇ ਦਾ ਜਿਹੜਾ ਆਖਰੀ ਦਿਨ ਹੁੰਦਾ, ਜੋ ਅੱਜ ਵੀ ਮਨਾਇਆ ਜਾਂਦਾ ਹੋਲਾ ਮਹੱਲਾ, ਤਾਂ ਉਸ ਦਿਨ ਕੀ ਹੁੰਦਾ, ਇੱਕ ਦੋ ਜਗ੍ਹਾ ਰੱਖੀ ਹੋਈ ਆ, ਖੁੱਲਾ ਮੈਦਾਨ, ਉਸ ਮੈਦਾਨ ਦੇ ਵਿੱਚ ਇੱਕ ਜਥਾ ਹੁੰਦਾ ਹੈ ਗੁਰੂ ਪਿਆਰਿਓ। ਉਹ ਜਥਾ ਜਿਹੜਾ ਹੈ ਉੱਥੇ ਕਬਜ਼ਾ ਕਰਦਾ ਉਸ ਮੈਦਾਨ ਉੱਤੇ, ਉਹ ਜਗ੍ਹਾ ਦੇ ਉੱਤੇ, ਮਾਨੋ ਉਹਨਾਂ ਦੀ ਜਗ੍ਹਾ ਹੈ, ਉਹ ਕਿਲਾ ਹੈ ਉਹਨਾਂ ਦਾ। ਤੇ ਦੂਸਰਾ ਜਥਾ ਜਿਹੜਾ ਹੈ ਨੀਲੇ ਬਾਣਿਆਂ ਵਾਲਾ, ਉਹ ਆਨੰਦਗੜ੍ਹ ਦੇ ਕਿਲੇ ਤੋਂ ਚੱਲਦਾ ਹੈ ਤੇ ਘੋੜਿਆਂ ਨੂੰ ਛਪਾਟ ਭਜਾਉਂਦਾ ਹੋਇਆ ਉੱਥੇ ਜਾਂਦਾ ਹੈ, ਤੇ ਮਾਨੋ ਉਹਨਾਂ ਤੇ ਹਮਲਾ ਕਰਕੇ ਉਹਨਾਂ ਤੋਂ ਜਗ੍ਹਾ ਛਡਾਉਂਦਾ ਹੈ। ਕਹੋ ਸਤਿਨਾਮ। ਇਹ ਹਜੇ ਤਾਂ ਗੱਤਕਾਬਾਜੀ ਆ ਸਿੱਖਾਂ ਦੀ ਆਪਸ ਵਿੱਚ, ਪਰ ਇਹਦੇ ਵਿੱਚ ਅਭਿਆਸ ਵੀ ਤਾਂ ਹੋ ਰਿਹਾ ਨਾ ਸ਼ਸਤਰਾਂ ਦਾ, ਵਿਦਿਆ ਦਾ। ਇਸ ਕਰਕੇ ਅੱਜ ਵੀ ਉਹ ਰਵਾਇਤ ਜਿਹੜੀ ਹੈ ਬਕਾਇਦਾ ਚਾਲੂ ਹੈ ਖਾਲਸੇ ਦੇ ਵਿੱਚ। ਤਾਂ ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਤੇ ਰੰਗ ਵੀ ਵਰਸਾਏ, ਆਨੰਦ ਵੀ ਵਰਸਾਏ, ਔਰ ਗੱਤਕਾਬਾਜੀ ਨੇਜੇਬਾਜੀ ਵੀ ਕਰਵਾਉਣਾ ਕਰਦੇ ਐ। ਔਰ ਸਿੱਖ ਸੰਗਤਾਂ ਜਿਹੜੀਆਂ ਹਨ ਉਹ ਹੱਥਾਂ ਵਿੱਚ ਸ਼ੁੱਧ ਗੁਲਾਲ ਲੈ ਕੇ ਬੈਠੀਆਂ ਹਨ ਤੇ ਖੁਸ਼ੀ ਦੇ ਵਿੱਚ ਇੱਕ ਦੂਜੇ ਤੇ ਪਾ ਰਹੀਆਂ ਹਨ। ਸਾਰਿਆਂ ਦੇ ਰੰਗ ਕੱਪੜੇ ਲਾਲ ਗੁਲਾਲ ਹੋ ਗਏ। ਤੁਸੀਂ ਕਿਤੇ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਦਾ ਕੌਤਕ ਜਾ ਕੇ ਦੇਖਿਓ, ਨਿਹੰਗ ਸਿੰਘ ਅੱਜ ਵੀ ਉਸੇ ਰਵਾਇਤ ਨੂੰ ਚਾਲੂ ਰੱਖਿਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਆਨੰਦਪੁਰ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਕਿਸੇ ਦੀ ਪਛਾਣ ਹੀ ਨਹੀਂ ਆਉਂਦੀ ਕੌਣ ਕੌਣ ਹੈ, ਸਾਰੇ ਰੰਗਾਂ ਦੇ ਨਾਲ ਇੱਕੋ ਜਿਹੇ ਹੋ ਗਏ ਹਨ। ਆਨੰਦਪੁਰ ਦੀਆਂ ਗਲੀਆਂ ਵੀ ਉਸ ਦਿਨ ਲਾਲ ਕਰ ਦਿੰਦੀਆਂ ਸੰਗਤਾਂ ਸਿੱਟ ਸਿੱਟ ਕੇ ਰੰਗ। ਹਾਂ, ਲੱਗਦਾ ਜਿਵੇਂ ਅੱਜ ਹਨੇਰੀ ਗੁਲਾਲੀ ਦੀ ਆਈ ਹੋਵੇ ਉਸ ਇਲਾਕੇ ਚ। ਇਸ ਤਰ੍ਹਾਂ ਇੱਕ ਦੂਜੇ ਦੇ ਉੱਤੇ ਰੰਗ ਦੀਆਂ ਪਿਚਕਾਰੀਆਂ ਮਾਰਦੇ ਆ, ਖੁਸ਼ੀਆਂ ਮਨਾਉਂਦੇ ਆ, ਆਨੰਦ ਮਨਾਉਂਦੇ ਹਨ। ਔਰ ਇੱਕ ਦੂਜੇ ਦੇ ਉੱਤੇ ਰੰਗ ਸਿੱਟਦੇ ਆ ਤੇ ਅਗਲਾ ਵੀ ਉਸ ਨੂੰ ਪਿਆਰ ਨਾਲ ਪ੍ਰਵਾਨ ਕਰਦਾ ਹੈ। ਇਸ ਤਰ੍ਹਾਂ ਸਿੱਖ ਸੰਗਤਾਂ ਸਾਰੇ ਹੀ ਪਹਾੜੀ ਇਲਾਕੇ ਦੇ ਵਿੱਚ ਰੰਗਾਂ ਦੇ ਨਾਲ ਆਨੰਦ ਮਾਣਦੀਆਂ ਜੀ। ਹੁਣ ਸਤਿਗੁਰਾਂ ਦੀ ਆਉਣ ਦਾ ਸਮਾਂ ਹੋਇਆ, ਦਰਸ਼ਨ ਦੇਣ ਦੇ ਲਈ ਉਹਨਾਂ ਨੇ ਹੁਕਮ ਕੀਤਾ ਹੈ। ਸਿੱਖੋ ਜਿਹੜਾ ਸਭ ਤੋਂ ਉੱਚੀ ਜਗ੍ਹਾ ਹੈ, ਜਿਵੇਂ ਕੇਸਗੜ੍ਹ ਸਾਹਿਬ ਦੀ ਪਹਾੜੀ ਹੈ, ਉੱਚੀ ਜਗ੍ਹਾ ਹੈ, ਇਹਦੇ ਸਾਹਮਣੇ ਜਿਹੜਾ ਇੱਕ ਹਾਲ ਬਣਿਆ ਉਹਨੂੰ ਦਮਦਮਾ ਸਾਹਿਬ ਗੁਰਦੁਆਰਾ ਵੀ ਕਹਿੰਦੇ ਆ। ਪਾਤਸ਼ਾਹ ਕਹਿੰਦੇ ਜਿਹੜਾ ਸਭ ਤੋਂ ਉੱਚਾ ਥਾਂ ਹੈ ਨਾ, ਉੱਥੇ ਦੀਵਾਨ ਸਜਾਵਾਂਗੇ, ਸੰਗਤ ਬਹੁਤ ਹੈ, ਖੁੱਲੇ ਦਰਸ਼ਨ ਦੇਣੇ ਹੈ, ਇਸ ਕਰਕੇ ਉੱਥੇ ਤਿਆਰੀ ਕਰੋ। ਜਿਸ ਅਸਥਾਨ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਹੈ ਅੱਜ। ਔਰ ਉੱਥੇ ਜਾ ਕੇ ਸਾਰੀਆਂ ਤਿਆਰੀਆਂ ਕਰੋ। ਉੱਥੇ ਆਪਾਂ ਅੱਜ ਹੋਲੇ ਮਹੱਲੇ ਦੀ ਸਮਾਪਤੀ ਵੀ ਕਰਾਂਗੇ ਔਰ ਮਨਾਵਾਂਗੇ, ਖੁੱਲੇ ਦਰਸ਼ਨ ਵੀ ਸੰਗਤਾਂ ਨੂੰ ਦੇਣੇ ਆ। ਉੱਥੇ ਗੁਲਾਲ ਦੇ ਰੰਗ ਵੀ ਲਿਆ ਕੇ ਰੱਖਣੇ ਕਰੋ। ਔਰ ਜਿੱਥੇ ਜਿੱਥੇ ਸੰਗਤਾਂ ਬੈਠੀਆਂ ਐ, ਸੇਵਾਦਾਰਾਂ ਨੇ ਡਿਊਟੀ ਲਾਈ, ਸਾਨੂੰ ਦੱਸ ਕੇ ਆਓ ਭਾਈ, ਉਹ ਦਮਦਮੇ ਤੇ ਆ ਜਾਓ। ਉੱਥੇ ਸਾਰੀ ਤਿਆਰੀ ਹੋ ਗਈ ਹੈ। ਮੇਰੇ ਪ੍ਰੀਤਮ ਜੀ ਵੀ ਸ਼ਾਹ ਸ਼ਹਿਨशाह दो जहान के वाली
ਆ ਰਹੇ ਹਨ। ਕਰੇ ਵੀ ਬਣਾਏ ਸਭ ਕਾਰ, ਕੀਜੇ ਸਕਲ ਸਮਾਜ ਤਿਆਰ। ਔਰ ਦਰਸ਼ਨ ਦੇਣਗੇ ਖੁੱਲੇ। ਸਤਿਗੁਰੂ ਪਾਤਸ਼ਾਹ ਜੀ ਨੇ ਸੇਵਾਦਾਰਾਂ ਦੀ ਡਿਊਟੀ ਲਾਈ ਹੈ, ਸਾਰੀ ਤਿਆਰੀ ਕਰੋ ਜੀ। ਦਾਸ ਹੁਕਮ ਗੁਰ ਕੀਰੇ, ਗਏ ਦਮ ਦੇਵੇ ਉੱਚ ਵਡੇਰੇ। ਤੋ ਉੱਚੇ ਸਥਾਨ ਤੇ ਦਮਦਮਾ ਜਿਹੜਾ ਇਸ ਦਾ ਨਾਮ ਹੈ, ਉੱਥੇ ਸਿੱਖਾਂ ਨੇ ਜਾ ਕੇ ਤਿਆਰੀਆਂ ਵਿਛਾਈਆਂ। ਆਦਿ ਜੋ ਸਟੇਜ ਲਾਉਣੀ ਹੈ, ਮੇਰੇ ਪ੍ਰੀਤਮ ਜੀ ਦੇ ਆਸਣ ਲਾਉਣੇ ਹਨ, ਉਹ ਸਾਰੀ ਤਿਆਰੀ ਆਰੰਭ ਕੀਤੀ ਹੈ। ਔਰ ਜੋ ਜੋ ਹੁਕਮ ਸਤਿਗੁਰ ਦਾ ਹੋਇਆ, ਸਾਰੀ ਤਿਆਰੀ ਇਸ ਫੱਗਣ ਦੇ ਮਹੀਨੇ ਦੇ ਹੋਲੇ ਮਹੱਲੇ ਨੂੰ ਮਨਾਉਣੀ ਕਰਦੀ ਹੈ। ਸਤ ਸੰਗਤ ਕੋ ਸੁਧ ਤਬ ਹੋਈ, ਭਈ ਆਨੰਦ ਆਏ ਸਭ ਕੋਈ। ਜਦੋਂ ਸਿੱਖਾਂ ਨੇ ਜਾ ਕੇ ਉੱਚੀ ਬੋਲ ਕੇ ਦੱਸਿਆ, ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਵਾਲੀ, ਸਿੱਖੋ ਆਜੋ ਦਮਦਮਾ ਸਾਹਿਬ ਤੇ ਦਰਸ਼ਨ ਦੇਣਗੇ। ਸਾਰੀਆਂ ਸੰਗਤਾਂ ਚੱਲ ਪਈਆਂ। ਆਪਣੀ ਆਪਣੀ ਦੀਨ ਅਕੋਰੀ, ਪੁੰਨ ਸਮਾਜ ਕੀਰਤਨ ਕੋ ਹੋਰੀ। ਸਭ ਨੇ ਆਪਣੀਆਂ ਭੇਟਾਵਾਂ ਹੱਥਾਂ ਵਿੱਚ ਲਈਆਂ, ਔਰ ਕਈ ਤਾਂ ਗੁਲਾਲ ਵੀ ਲੈ ਕੇ ਆਏ ਆ, ਆਪਣੇ ਹੱਥਾਂ ਵਿੱਚ ਫੜਿਆ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਆ ਜਿਹੜੀ ਪੁਸ਼ਾਕ ਪਾਈ ਹੈ ਨਾ, ਉਹ ਜਮਾਂ ਚਿੱਟੇ ਰੰਗ ਦੀ ਪਾਈ ਹੈ ਸਾਰੀ। ਔਰ ਗੁਰੂ ਪਿਆਰਿਓ, ਪੁਸ਼ਾਕ ਤੇ ਹੀਰੇ ਜਵਾਹਰ ਜੜੇ ਹੋਏ ਹਨ। ਜੋ ਦਸਤਾਰ ਹੈ ਉਸ ਦੇ ਉੱਪਰ ਵੀ ਜਿਗਾ ਹੀਰੇ ਮੋਤੀਆਂ ਦੀ ਲਾਈ ਹੈ, ਔਰ ਉੱਪਰ ਸੁੰਦਰ ਕਲਗੀ ਸੁਭਾਈਮਾਨ ਹੈ। ਔਰ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ, ਜਿੱਥੇ ਸਤਿਗੁਰਾਂ ਦੀ ਰਿਹਾਇਸ਼ ਪਰਿਵਾਰ ਦੀ ਸਾਰਿਆਂ ਦੀ, ਉਹਨਾਂ ਮਹਿਲਾਂ ਚੋਂ ਸਤਿਗੁਰੂ ਤਿਆਰ ਪ੍ਰਤਿਆਰ ਹੋ ਕੇ ਚਿੱਟੇ ਰੰਗ ਦੀ ਪੁਸ਼ਾਕ ਪਾ ਕੇ ਔਰ ਸੁੰਦਰ ਕਲਗੀ ਜਿਗਾ ਸਜਾ ਕਰਕੇ ਪ੍ਰੀਤਮ ਜੀ ਬਾਹਰ ਆਏ ਹਨ। ਤੇ ਅੱਗੇ ਅੱਗੇ ਦੋ ਗੁਰੂ ਪਿਆਰਿਓ ਚਾਂਦੀ ਦੇ ਡੰਡੇ ਲੈ ਕੇ ਸਿੱਖ ਚੱਲਦੇ ਹਨ। ਤੇ ਉਹਨਾਂ ਨੇ ਫਿਰ ਉੱਚੀ ਬੋਲ ਕੇ, ਨਕੀਬ ਉਹਨਾਂ ਨੂੰ ਕਹਿੰਦੇ ਆ, ਨਕੀਬ ਦਾ ਕੰਮ ਹੈ ਉੱਚੀ ਬੋਲ ਕੇ ਦੱਸਣਾ ਤੇ ਅੱਗੋਂ ਅੱਗੋਂ ਰਸਤਾ ਵੀ ਬਣਾਉਣਾ। ਉਹ ਅੱਗੇ ਚੱਲਦੇ ਆ, ਪਿੱਛੇ ਸਾਰੇ ਚੱਲਦੇ ਆ, ਉਹ ਰਸਤਾ ਵੀ ਬਣਾਉਂਦੇ ਜਾ ਰਹੇ ਆ। ਸਿੱਖ ਸੰਗਤਾਂ ਸਾਈਡ ਤੇ ਹੁੰਦੀਆਂ ਜਾ ਰਹੀਆਂ ਤੇ ਨਾਲੇ ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਬਾਲੀ ਦੀਆਂ ਸਿਫਤਾਂ ਕਰਦੇ ਹੋਏ ਕਹਿ ਰਹੇ ਹਨ, ਸ਼ਾਹੇ ਸ਼ਹਿਨਸ਼ਾਹ ਦੋ ਜਹਾਨ ਕੇ ਬਾਲੀ, 10ਵੇਂ ਪਾਤਸ਼ਾਹ ਬਾਜਾਂ ਵਾਲੇ ਤਾਜਾਂ ਵਾਲੇ ਆ ਰਹੇ ਹਨ, ਸਿੱਖੋ ਸਾਵਧਾਨ। ਮੇਰੇ ਪ੍ਰੀਤਮ ਦੀ ਸੁੰਦਰ ਸੀਸ ਉੱਪਰ ਸੁੰਦਰ ਚੌਰ ਵੀ ਚਿੱਟੇ ਰੰਗ ਦਾ ਸ਼ੋਭ ਰਿਹਾ ਹੈ। ਐਸੇ ਸੁੰਦਰ ਸਰੂਪ ਨੂੰ ਦੇਖ ਕੇ ਕਿਹੜਾ ਭੌਰੇ ਦੀ ਨਿਆਈ ਲੁਭਾਈ ਮਾਨ ਨਾ ਹੋ ਜਾਵੇ। ਜਿਵੇਂ ਭੌਰਾ ਸਾਰਾ ਦਿਨ ਫੁੱਲਾਂ ਤੇ ਬੈਠਦਾ ਹੈ, ਫੁੱਲਾਂ ਨੂੰ ਛੱਡ ਨਹੀਂ ਸਕਦਾ, ਰਾਤ ਨੂੰ ਵੀ ਕਹਿੰਦਾ ਕਿਸੇ ਫੁੱਲ 'ਚ ਬਹਿ ਜਾਈਏ, ਨਾਲੇ ਖੁਸ਼ਬੂ ਆਈ ਜਾਊਗੀ, ਨਾਲੇ ਆਪਾਂ ਬੈਠੇ ਰਹਾਂਗੇ, ਰਾਤ ਟੱਪ ਜੂ। ਪਰ ਕਈ ਵਾਰੀ ਕਮਲ ਦਾ ਫੁੱਲ ਜਾਂ ਹੋਰ ਫੁੱਲ ਜਿਹੜਾ ਰਾਤ ਨੂੰ ਬੰਦ ਹੋ ਜਾਂਦਾ, ਉਹ 'ਚ ਬਹਿ ਜਾਂਦਾ, ਘੁੱਟ ਕੇ ਮਰ ਜਾਂਦਾ, ਪਰ ਫੁੱਲਾਂ ਨੂੰ ਨਹੀਂ ਛੱਡਦਾ। ਐਸੇ ਸਤਿਗੁਰਾਂ ਦੀ ਸੁੰਦਰ ਸਰੂਪ ਨੂੰ ਦੇਖ ਕੇ ਮਾਨੋ ਸਿੱਖ ਸੰਗਤਾਂ ਦੇ ਮਨ ਲੁਭਾਇਮਾਨ ਹੋ ਗਏ, ਭੌਰੇ ਬਣ ਗਏ ਸਤਿਗੁਰਾਂ ਦੇ ਚਰਨਾਂ ਦੇ। ਮਹਿਲਾਂ ਦੇ ਵਿੱਚੋਂ ਮੇਰੇ ਪ੍ਰੀਤਮ ਜੀ ਹੌਲੀ ਹੌਲੀ ਚੱਲਦੇ ਹੋਏ ਸੰਗਤਾਂ ਵੱਲ ਦੇਖ ਕੇ ਕਿਰਪਾ ਦ੍ਰਿਸ਼ਟੀ ਦੇ ਨਾਲ ਮੁਸਕਰਾਉਂਦੇ ਹੋਏ, ਕਿਰਪਾ ਕਟਾਖਿਆ ਅਵਲੋਕਨ ਕੀਨੋ ਕਰਦੇ ਹੋਏ ਦਮਦਮਾ ਸਾਹਿਬ ਦੇ ਕੋਲ ਪਹੁੰਚੇ ਹਨ। ਕੁਝ ਪੌੜੀਆਂ ਲਾ ਕੇ, ਪਹਾੜੀ ਨੂੰ ਕੱਟ ਕੇ ਪੌੜੀਆਂ ਬਣਾ ਕੇ ਉੱਚੇ ਥਾਂ ਤੇ ਆਸਣ ਲਾਇਆ ਸਤਿਗੁਰਾਂ ਦਾ। ਜਿਹੜਾ ਸੋਨੇ ਦਾ ਸਿੰਘਾਸਨ ਬਣਿਆ ਸੀ ਪ੍ਰੀਤਮ ਦਾ, ਮੇਰੇ ਪ੍ਰੀਤਮ ਜੀ ਉਸ ਉੱਚੇ ਥਾਂ ਤੇ ਬੈਠ ਕੇ ਦੋ ਤੱਕ ਜੋ ਕੋਹ ਤੱਕ ਜਿਨ੍ਹਾਂ ਦੀ ਗੁਰੂ ਪਿਆਰਿਓ ਸੰਗਤ ਦੇਖ ਸਕੇ। ਚਾਰ ਛਪੇਰੇ ਉਸ ਦਮਦਮੇ ਦੇ ਸੰਗਤ ਬੈਠੀ ਹੈ ਤੇ ਪ੍ਰੀਤਮ ਉੱਚੇ ਆਸਣ ਤੇ ਬੈਠ ਗਏ ਜੇ। ਚੌਰਦਾਰ ਜਿਹੜੇ ਸਤਿਗੁਰਾਂ ਦੇ ਪਿਛਲੇ ਪਾਸੇ ਬਿਰਾਜਮਾਨ ਹਨ ਔਰ ਚੌਰ ਕਰਨ ਲੱਗੇ ਜੇ। ਸਿੱਖ ਸੰਗਤਾਂ ਮਸੰਦ, ਮਸੰਦ ਮਤਲਬ ਪ੍ਰਚਾਰਕ ਜਿਹੜੇ ਦੇਸ਼ਾਂ ਦੇ ਵਿੱਚੋਂ ਸੰਗਤਾਂ ਨੂੰ ਹੋਲੇ ਮਹੱਲੇ ਤੇ ਦਿਹਾੜਿਆਂ ਤੇ ਇਕੱਤਰ ਕਰਕੇ ਲਿਆਉਂਦੇ ਆ, ਉਹ ਸਾਰੇ ਮੁਖੀ ਬੰਦੇ ਜਿਹੜੇ ਸਨ, ਉਹ ਸਾਰੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ
बैठन लगे जी। संगत वृंद आपने लागी, दीत दर्श प्रभ लखन रागी। और संगतां ने भी सुन लिया कि प्रीतम दमदमा साहिब ते बैठ के दर्शन देणगे। सारी संगत पहाड़ां चों इकट्ठी होके उधर नूं आउण लगी। मेरे प्रीतम जी सिंघासन ते विराजमान होए ते उन्हां दे सामने ਭੇਟਾਵਾਂ ਅਰਪਣ ਕਰਨ ਲੱਗੇ, ਲੈਣ ਲੱਗੀ ਸੰਗਤਾਂ ਦੀ ਨਮਸਕਾਰ ਕਰਨ ਲਈ। ਔਰ ਫਿਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਸਾਰਿਆਂ ਤੇ ਗੁਲਾਲ ਛਿੜਕ ਦਿਓ। ਔਰ ਖੁੱਲੇ ਦਰਸ਼ਨ ਕਰਕੇ ਸਿੱਖ ਸੰਗਤਾਂ ਹੁਣ ਆਨੰਦ ਮਾਣਨ ਲੱਗੀਆਂ, ਇੱਕ ਦੂਜੇ ਤੇ ਗੁਲਾਲੀ ਪਾਉਣ ਲੱਗੇ ਜੀ। ਭਾਈ ਸੰਤੋਖ ਸਿੰਘ ਕਵੀ ਕਹਿੰਦੇ ਇਹ ਜਿਹੜੇ ਦਿਨ ਹੁੰਦੇ ਨਾ ਸਿੱਖ ਬੜਾ ਆਨੰਦ ਮਾਣਦੇ ਆ ਉੱਥੇ। ਇਸ ਨੂੰ ਉਲਟ ਪਾਸੇ ਨਾ ਲੈ ਜਿਓ ਵੀ ਰੰਗ ਕਿਉਂ ਪਾਉਂਦੇ ਆ। ਇਹ ਆਨੰਦ ਦਾ ਸਮਾਂ ਬਸੰਤ ਕੀ ਵਾਰ ਮਹੱਲ ਪੰਜਵਾ ਉਹਦੇ ਨਾਲ ਵੀ ਜੋੜਿਆ, ਬਾਣੀ ਨਾਲ ਵੀ ਜੋੜਿਆ। ਲੋਕਾਂ ਰੀਤਾਂ ਦੀ ਰੀਤਾਂ ਨੂੰ ਕਨਵਰਟ ਕਰਕੇ ਉਹਨਾਂ ਨੂੰ ਸਿੱਧੇ ਰਸਤੇ ਵੀ ਪਾਇਆ ਹੈ। ਹੁਣ ਹੋਲੀ ਨਹੀਂ ਹੈ, ਇਸ ਨੂੰ ਹੋਲਾ ਮਹੱਲਾ। ਮਹੱਲਾ ਹੁੰਦਾ ਹਮਲਾ ਕਰਨਾ, ਹੋਲਾ ਤੇਜ਼ੀ ਦੇ ਨਾਲ ਜਾ ਕੇ ਹਮਲਾ ਕਰਨਾ। ਇਹਦਾ ਮਕਸਦ ਸੀਗਾ ਕਿ ਆਉਣ ਵਾਲੇ ਸਮੇਂ ਜੰਗਾਂ ਦੇ ਵਿੱਚ ਆਟੋਮੈਟਿਕ ਸਿੱਖਾਂ ਦੀ ਪ੍ਰੈਕਟਿਸ ਹੋਲਾ ਮਹੱਲਾ ਖੇਡਦਿਆਂ ਗੱਤਕੇਬਾਜ਼ੀ ਨਾਲ ਹੀ ਪੂਰੀ ਹੋ ਜਾਵੇ। ਇਸ ਕਰਕੇ ਸਤਿਗੁਰਾਂ ਨੇ ਸਭ ਤੇ ਆਨੰਦ ਬਖਸ਼ਿਆ ਹੈ ਜੀ। ਔਰ ਜਿਨ੍ਹਾਂ ਨੇ ਜੋ ਭੇਟਾਵਾਂ ਲਿਆ ਕੇ ਮੱਥਾ ਟੇਕੀਆਂ, ਜੋ ਭਾਵਨਾ ਲੈ ਕੇ ਆਏ ਹਨ, ਕਈ ਤਾਂ ਅਰਦਾਸੀਏ ਨੂੰ ਕਹਿੰਦੇ ਆ ਬਾਬਾ ਜੀ ਮੇਰੀ ਆਹ ਬੇਨਤੀ ਆ। ਉਹ ਅਰਦਾਸੀ ਆ, ਉਹਨੂੰ ਮੇਵੜਾ ਕਹਿੰਦੇ ਆ। ਉਹਨੇ ਪਾਤਸ਼ਾਹ ਨੂੰ ਦੱਸਣਾ, ਪਾਤਸ਼ਾਹ ਨੇ ਕਹਿਣ ਲੱਗਿਆ ਠੀਕ ਹੈ ਕੋਈ ਨਾ ਹੋ ਜਾਊਗਾ। ਦੋ ਅਰਦਾਸੀਏ ਮੂਹਰੇ ਖੜਦੇ ਆ, ਦੋ ਮੇਵੜੇ ਉਹਨਾਂ ਦਾ ਨਾਮ ਹੁੰਦਾ ਸੀਗਾ। ਉਹ ਦੋਨੇ ਅਰਦਾਸਾਂ ਕਰਦੇ ਹੈ। ਕਈ ਭਾਈ ਉਹਨਾਂ ਤੋਂ ਅਰਦਾਸ ਕਰਵਾ ਲੈਂਦੇ ਹੈ, ਕਈ ਗੁਪਤ ਹੀ, ਕਿਉਂਕਿ ਬਿਨ ਬੋਲਿਆ ਸਭ ਕੁਝ ਜਾਣਦਾ ਕਿਸੇ ਆਗਿਆ ਕੀਚੈ ਅਰਦਾਸ ਜੀਓ। ਸਤਿਗੁਰੂ ਸਭ ਦੀਆਂ ਭਾਵਨਾ ਪੂਰੀਆਂ ਕਰਨ ਲੱਗੇ ਜੀ। ਔਰ ਸੁੰਦਰ ਸਰੂਪ ਦੇ ਦਰਸ਼ਨ ਕਰਦੇ ਕਰਦੇ ਕਈ ਤਾਂ ਪਾਸੇ ਹਟਣਾ ਭੁੱਲ ਜਾਂਦੇ ਆ, ਕਈ ਅੱਖਾਂ ਫਰਕਣੀਆਂ ਭੁੱਲ ਜਾਂਦੇ ਹਨ। ਜਿਵੇਂ ਚਕੋਰ ਚੰਦਰਮਾ ਨੂੰ ਦੇਖ ਕੇ ਮੋਹਿਤ ਹੋ ਜਾਂਦੀ ਹੈ, ਉਹ ਸਿੱਖ ਸੰਗਤਾਂ ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਦੇਖ ਕੇ खुश हो रहे हैं। और सतगुरु पातशाह जी की सुंदरता, क्योंकि गुरु घर दे विच ये तीन चीज़ां, जिथे धार्मिक स्थान है तीन चीज़ां पक्कियां होनियां चाहिए। सत्यम शिवम सुंदरम। सत्यम सच होवे, शिवम शक्ति भी उत्थे है, उत्थे सुंदरता भी होवे। इस करके धार्मिक स्थान ते लोग वध तो वध सुंदरता बनाउंदे आ। असीं भी वध तो वध चीज़ां रख करके एक शास्त्र रखे जाते हैं, क्योंकि सिख शास्त्र नूं मत्था टेक सकता है जां गुरु ग्रंथ साहिब नूं मत्था टेकदा है। इस करके बड़ी सुंदरता सतगुरां दे सुंदर स्वरूप दी बनी है, आसन दी बनी है। ते वेख वेख के सारियां दे मन खिड़ गए जी। इउं अज दा होले महल्ले दा समा संपूर्ण होया है। सिख संगतां ने उत्साह माणिया, आनंद माणिया, बड़ा प्रेम किया एक दूजे नाल। और खुले दर्शन दे के जो पातशाह जी सवेरे कोई अमृत वेले तो आके विराजमान होंदे आ समय दे नाल दीवाना तो विच, ते शामां तक पिछले पहर तक सतगुरु जी ने खुले दर्शन देते। फिर दीवान दी होले महल्ले दी संपूर्णता हुई जी। और फिर सतगुरु पातशाह ने दीवाना दी समाप्ति की, अपने महलों विच आ गए, आराम करते हैं। और सिख संगतां भी आपो अपने डेरे भाव तंबू, पहला छोटे छोटे तंबू नाल ही रखते, जिथे लुट लग्या उत्थे ही ला लिया, क्योंकि राहां विच भी रातां पै जांदियां सन। इस करके संगतां आपो अपने डेरियां विच तंबूआं विच जा वराजियां। सतगुरु अपने महलों विच आ गए दोहरा। इउं मेरे प्रीतम जी कृपा दे खजाने अनेकां कौतक सिख संगतां नाल सांझे करदे हन। पर ध्यान ओही है,
ਕਿ ਇਹ ਮੁਗਲਾਂ ਦੇ ਜ਼ੁਲਮ ਦਾ ਕਿਵੇਂ ਖਾਤਮਾ ਕੀਤਾ ਜਾਵੇ। ਧਿਆਨ ਉੱਥੇ ਵੀ ਪੂਰਾ ਹੈ, ਇੱਥੇ ਹੀ ਨਹੀਂ ਪਰਚ ਗਏ ਕੇਵਲ ਹੋਲੇ ਮਹੱਲੇ ਦੇ ਰੰਗਾਂ 'ਚ। ਇਹਨਾਂ ਦੁਸ਼ਟਾਂ ਦਾ ਕਿਵੇਂ ਖਾਤਮਾ ਕੀਤਾ ਜਾਵੇ, ਕਿਵੇਂ ਐਸਾ ਪੰਥ ਸਾਜਿਆ ਜਾਵੇ। ਤੋ ਵਿਸਾਖੀ ਬਸੋਆ ਕਹਿੰਦੇ ਆ ਵਿਸਾਖੀ ਨੂੰ। ਵਿਸਾਖੀ ਦੇ ਦਿਹਾੜੇ ਤੇ ਵੀ ਸਿੱਖ ਸੰਗਤਾਂ ਬਹੁਤ ਆਉਂਦੀਆਂ ਹੈ, ਕਿਉਂਕਿ ਜਦੋਂ ਗਰਮੀ ਬਤੀਤ ਹੋ ਜਾਂਦੀ ਹੈ, ਵਿਸਾਖ ਦਾ ਮਹੀਨਾ ਆਉਂਦਾ ਹੈ ਤੇ ਗੁਰੂ ਪਿਆਰਿਓ ਚਾਰੇ ਪਾਸਿਆਂ ਤੋਂ ਜਿਵੇਂ ਮੀਂਹ ਆਉਂਦਾ ਹੈ, ਇਹੋ ਚਾਰਾਂ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਜਥਿਆਂ ਦੇ ਰੂਪ ਵਿੱਚ ਕੀਰਤਨ ਕਰਦੀਆਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ ਪ੍ਰੀਤਮ ਚਰਨਾਂ ਵਿੱਚ ਹਰ ਵਿਸਾਖੀ, ਦੀਵਾਲੀ, ਹੋਲਾ ਮਹੱਲਾ ਇਹਨਾਂ ਤਿੰਨ ਸਮਿਆਂ ਤੇ ਪਹੁੰਚਦੀਆਂ ਹੈ। ਔਰ ਦਰਸ਼ਨ ਕਰਕੇ ਆਨੰਦ ਹੋ ਜਾਂਦੇ ਆ, ਜਿਵੇਂ ਅੰਮ੍ਰਿਤ ਛਕਿਆ ਹੋਵੇ, ਅੰਮ੍ਰਿਤ ਪੀ ਲਿਆ ਹੋਵੇ। ਇਹ ਅੰਮ੍ਰਿਤ ਦੀ ਗੱਲ ਸੁਣਨ ਢਿੜਵੇਂ ਤੋਂ ਨਹੀਂ ਚੱਲੇਗੀ, ਇਹ ਤਾਂ ਜਿੱਦਾਂ ਦੁਨੀਆ ਬਣਾਈ ਆ ਅੰਮ੍ਰਿਤ ਦੀ ਗੱਲ ਉਦੋਂ ਦੀ ਚੱਲਦੀ ਹੈ। ਦੁਨੀਆ ਲੱਭਦੀ ਰਹੀ, ਕਿਸੇ ਨੂੰ ਲੱਭਿਆ ਨਹੀਂ, ਤਾਂ ਪ੍ਰੀਤਮ ਨੇ ਲਿਖ ਦਿੱਤਾ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਇਸ ਕਰਕੇ ਅੰਮ੍ਰਿਤ ਦੇ ਬਹੁਤ ਰੂਪ ਹੈ। ਕੋਈ ਮਿੱਠਾ ਬੋਲਦਾ, ਕਹਿੰਦੇ ਫਲਾਣਾ ਤਾਂ ਜਾਂ ਇੰਨਾ ਮਿੱਠਾ ਬੋਲਦਾ ਜਿਵੇਂ ਅੰਮ੍ਰਿਤ ਵਰਸਦਾ ਹੈ। ਕੋਈ ਚੰਗੀ ਤਰ੍ਹਾਂ ਸੰਗਤ ਨੂੰ, ਮਿਲਣ ਵਾਲਿਆਂ ਨੂੰ ਪ੍ਰੇਮ ਨਾਲ ਵੇਖਦਾ ਹੈ, ਇਹ ਅੰਮ੍ਰਿਤ ਵਰਗੀ ਵੇਖਣੀ ਹੈ। ਤੇ ਇੱਕ ਅੰਮ੍ਰਿਤ ਸਾਨੂੰ 16 ਵਿਸਾਖੀ ਤੇ ਮਿਲਿਆ, ਉਹਦੀ ਗੱਲ ਵੀ ਅੱਗੇ ਆਵੇਗੀ। ਇਹ ਵਿਚਾਰ ਆਪਾਂ ਹੁਣ ਰਹਿੰਦੀਆਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਪਹੁੰਚ ਗਿਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अग, हे पूरन हे सर्व में, हे संगी हे निरंकार, हे निर्गुण सब, हे गोविंद हे गुण निधान, हे अपरंपर हर हरे, हे संत कै सदा संग, हे ठाकुर हों दासरो, नानक दीजै नाम दान, आए प्रभ शरणागति, एक अखर हर मन बसत, एक ओंकार सतगुरु, वाहिगुरु जी की फतेह है, वाहिगुरु जी की फतेह है, वाहिगुरु जी का खालसा, वाहिगुरु जी की फतेह।